ਆਪ ਕਿਹੜੇ ਰਾਹ ਦੇ ਉੱਤੇ ਹੈਗਾ ਕਿ ਇਹਨਾਂ ਚੀਜ਼ਾਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ? ਮੈਂ ਤਾਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜਾ ਕਿ ਤਕਰੀਬਨ ਅਸੀਂ ਜਦੋਂ ਦਾ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਬਣਿਆ, ਜਿੰਨੇ ਵੀ ਕ੍ਰਿਮੀਨਲਸ ਜਿਹੜੇ ਅਸੀਂ ਸਮਝਦੇ ਸੀਗੇ ਕਿ ਟੌਪ ਕੈਟੇਗਰੀ ਦੇ ਨੇ, ਉਹ ਸਾਰਿਆਂ ਨੂੰ ਅਰੈਸਟ ਕਰਕੇ ਜਾਂ ਉਹ ਜੇਲ੍ਹ ਦੇ ਵਿੱਚ ਨੇ ਜਾਂ ਅਨਫੋਰਚੂਨੇਟਲੀ ਕਿਸੇ ਪੁਲਿਸ ਐਕਸ਼ਨ ਦੇ ਵਿੱਚ ਉਹ ਆਪਣੀ ਜਾਨ ਗਵਾ ਬੈਠੇ ਨੇ। ਜੈਕ ਆਪਰੇਸ਼ਨ ਚਲਾਇਆ ਜਾਂਦਾ ਹੈਗਾ, ਤਾਂ ਕਿਵੇਂ ਆਖਿਰਕਾਰ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਉੱਥੇ ਤੱਕ ਪਹੁੰਚਦੇ ਹੈਗੇ ਨੇ? ਕੀ ਵੱਡੇ ਕਲੂ ਜਿਹੜੇ ਸੀਗੇ ਉਹ ਇਸ ਆਪਰੇਸ਼ਨ ਦੇ ਵਿੱਚ ਤੁਹਾਨੂੰ ਪ੍ਰਾਪਤ? ਆਪਣਾ ਇਸ ਤਰ੍ਹਾਂ ਦਾ ਸੀਗਾ, ਕਰੈਕਟਰਿਸਟਿਕ ਆਪਣਾ ਇਸ ਤਰ੍ਹਾਂ ਦਾ ਰੱਖਿਆ ਹੋਇਆ ਸੀ। ਇਹ ਬਹੁਤੀ ਇਨਫੋਰਮੇਸ਼ਨ ਆਪਣੇ ਬਾਰੇ ਆਪਣੇ ਜਿਹੜੇ ਸਾਥੀ ਸੀ ਉਹਨਾਂ ਨੂੰ ਵੀ ਨਹੀਂ ਸ਼ੇਅਰ ਕਰਦਾ ਸੀਗਾ, ਜਿਹਦੇ ਕਰਕੇ ਇਹ ਇੰਨੀ ਦੇਰ ਤੱਕ ਸਰਵਾਈਵ ਕਰਦਾ ਰਿਹਾ। ਇਹ ਸਭ ਤੋਂ ਵੱਡਾ ਚੈਲੰਜ ਸੀ। ਕੀਤੀ ਗਈ ਸੀਗੀ ਜੈਪਾਲ ਭੁੱਲਰ ਦੀ, ਔਰ ਜੋ ਐਨਕਾਊਂਟਰ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਉਸ ਦੇ ਵਿੱਚ ਭੇਸ ਵੀ ਜਿਹੜਾ ਹੈਗਾ ਉਹ ਬਦਲਿਆ ਹੋਇਆ ਜਾਪ ਰਿਹਾ ਹੈਗਾ। ਕੀ ਇਹ ਵੀ ਖੂਬੀ ਸੀਗੀ ਜੈਪਾਲ ਦੀ ਕਿ ਇਹ ਭੇਸ ਵੀ ਆਪਣੇ ਜਿਹੜਾ ਸੀਗਾ ਬਦਲਦਾ ਰਹਿੰਦਾ ਸੀ? ਬਿਲਕੁਲ, ਇਹ ਇੱਕ ਉਹਦੀ ਮਾਸਟਰ ਆਫ ਡਿਸਗਾਈਜ਼ ਸੀਗਾ। ਜੋ ਖੰਨੇ ਦੇ ਵਿੱਚ ਰੂਪ ਸੀ ਉਹਦਾ, ਉਹ ਜਗਰਾਓਂ ਵਾਲੇ ਇਨਸੀਡੈਂਟ ਦੇ ਵਿੱਚ ਰੂਪ ਨਹੀਂ ਸੀਗਾ। ਜੋ ਜਿਹੜਾ ਜਗਰਾਓਂ ਵਾਲੇ ਇਨਸੀਡੈਂਟ ਦੇ ਵਿੱਚ ਸੀਗਾ, ਉਹ ਉਸ ਤੋਂ ਬਾਅਦ ਜਿਹੜਾ ਹੁਣ ਕਲਕੱਤੇ ਵਾਲਾ ਉਹਦੇ ਚੇਂਜ ਹੋ ਗਿਆ। ਸੋ ਵਿਦਿਨ ਸੇ ਲੈਸ ਦੈਨ 15-20 ਡੇਜ਼ ਉਹਨੇ ਆਪਣੇ 3 ਰੂਪ ਬਦਲ ਚੁੱਕਿਆ ਸੀਗਾ। ਅਤੇ ਇਟ ਇਜ਼ ਮੈਟਰ ਆਫ, ਮੈਂ ਕਹਾਂਗੀ ਉਹਦੇ ਵਾਸਤੇ ਬੈਡ ਲੱਕ ਅਤੇ ਸਾਡੇ ਵਾਸਤੇ ਗੁੱਡ ਲੱਕ ਕਿ ਵੀ ਉਹ 2 ਵਾਰੀ ਪੁਲਿਸ ਨਾਲ ਡਾਇਰੈਕਟਲੀ ਕਨਫਰੰਟੇਸ਼ਨ 'ਚ ਆਇਆ। ਇਨਫੈਕਟ ਸ਼ਾਇਦ ਹਾਲੇ ਤੱਕ ਕਿਸੇ ਨੂੰ ਇਹ ਨਹੀਂ ਹੈ। ਇਹਨਾਂ ਨੇ ਜਿੱਦਾਂ ਇਹ 15 ਤਰੀਕ ਨੂੰ ਭੱਜ ਕੇ ਗਏ ਆ, ਇੱਕ ਰਾਜਗੜ੍ਹ ਦੇ ਰਾਜਸਥਾਨ ਦੇ ਵਿੱਚ ਵੀ ਇਹਨਾਂ ਨੂੰ ਪੁਲਿਸ ਨੇ ਰੋਕ ਲਿਆ ਸੀਗਾ ਇੱਕ ਢਾਬੇ ਦੇ ਉੱਤੋਂ। ਉਸ ਟਾਈਮ ਦੇ ਉੱਤੋਂ ਇਹ ਬਚ ਗਏ ਸੀਗੇ। ਉਹ ਚੌਕੀ ਇੰਚਾਰਜ ਨੇ, ਉਹ ਇਹਨਾਂ ਦੀ ਗੱਡੀ ਲੈ ਗਿਆ ਅਤੇ ਇਹ ਉੱਥੋਂ ਮੌਕੇ ਤੋਂ ਭੱਜ ਗਏ ਸੀ। ਜੀ ਹਾਲਾਂਕਿ ਬਹੁਤ ਐਡਵਾਂਸ ਹੋ ਗਈ ਹੈਗੀ, ਤੁਹਾਡੇ ਕੋਲ ਵੀ ਇਹੋ ਜਿਹੇ ਬਹੁਤ ਸਾਰੇ ਟੂਲਸ ਹੋਣਗੇ ਜਿਸ ਨਾਲ ਤੁਸੀਂ ਕਲੂਜ਼ ਜਿਹੜੇ ਹੈਗੇ ਉਹ ਪ੍ਰਾਪਤ ਕਰਦੇ ਹੋਵੋਗੇ। ਕੀ ਜੈਪਾਲ ਭੁੱਲਰ ਵੀ ਉਸ ਟੈਕਨੋਲੋਜੀ ਦਾ ਇਸਤੇਮਾਲ ਕਰਦਾ ਸੀਗਾ? ਕਿ ਉਸਦੇ ਕੋਲ ਵੀ ਇਹੋ ਜਿਹੀਆਂ ਕੁਝ ਚੀਜ਼ਾਂ ਸੀਗੀਆਂ ਜਿਸ ਦਾ ਇਸਤੇਮਾਲ ਕਰਦੇ ਹੋਏ ਹੁਣ ਤੱਕ ਉਹ ਬਚ ਰਿਹਾ ਸੀ? ਬਿਲਕੁਲ ਬਿਲਕੁਲ, ਉਹ ਹੀ ਵਾਜ਼ ਕਈ ਗੱਲਾਂ ਦੇ ਵਿੱਚ ਉਹ ਬੜਾ ਸ਼ਰੂਡ ਸੀ। ਅਤੇ ਟੈਕਨੋਲੋਜੀ ਦਾ ਜਿਹੜਾ ਫੇਕ ਡਾਕੂਮੈਂਟਸ, ਫੇਕ ਆਈਡੈਂਟੀਟੀਜ਼ ਕ੍ਰੀਏਟ ਕਰਨੀਆਂ ਵਿਦ ਅ ਡਿਫਰੈਂਟ ਆਪਣੀ ਚਿਹਰੇ ਦੇ, ਉਹ ਜਿਸ ਰੂਪ ਦੇ ਵਿੱਚ ਹੈ ਉਸ ਟਾਈਪ ਦੀ ਉਹਨੇ ਫੋਟੋ, ਉਸ ਟਾਈਪ ਦਾ ਫਿਰ ਉਹਨੇ ਆਪਣਾ ਜਿਹੜਾ ਨਾਮ ਅਕੋਰਡਿੰਗਲੀ ਬਣਾ ਕੇ ਫੇਕ ਡਾਕੂਮੈਂਟਸ, ਆਈਡੀਜ਼, ਲਾਇਸੈਂਸਿਸ, ਵਹੀਕਲਸ ਦੇ ਵਿੱਚ ਰਜਿਸਟ੍ਰੇਸ਼ਨਸ, ਉਹ ਤਕਰੀਬਨ ਜਿਵੇਂ ਹੁਣ ਵੈਸਟ ਬੰਗਾਲ 'ਚ ਹੈ ਤਾਂ ਵੈਸਟ ਬੰਗਾਲ ਵਾਲੀ ਟਾਈਪ ਵਾਲੀ ਗੱਡੀ ਯੂਜ਼ ਕਰੂਗਾ, ਯੂਪੀ 'ਚ ਹੈ ਤਾਂ ਹੋਰ ਇਸ ਟਾਈਪ ਦੇ ਸਮੌਲ ਇਹੋ ਜਿਹੇ ਕਈ ਉਹ ਜਿਹੜੇ ਹੈਗੇ ਨੇ ਹੱਥਕੰਡੇ ਬਣਾਉਂਦਾ ਸੀ। ਕੀ ਐਨਕਾਊਂਟਰ ਹੀ ਆਖਰੀ ਹੱਲ ਹੁੰਦਾ ਹੈਗਾ ਜਾਂ ਫਿਰ ਇਸ ਤੋਂ ਇਲਾਵਾ ਉਹਨਾਂ ਦਾ ਸਰੈਂਡਰ ਵੀ ਕਰਵਾਇਆ ਜਾ ਸਕਦਾ ਸੀਗਾ, ਉਹਨਾਂ ਨੂੰ ਮੌਕਾ ਜਿਹੜਾ ਹੈਗਾ ਉਹ ਦਿੱਤਾ ਜਾ ਸਕਦਾ ਸੀ? ਬਿਲਕੁਲ ਜੀ, ਰਿਪੀਟਡਲੀ ਮੈਂ ਇਹੀ ਗੱਲ ਕਹਿ ਰਿਹਾ ਕਿ ਪੁਲਿਸ ਦਾ ਕਦੇ ਵੀ ਕੋਈ ਐਨਕਾਊਂਟਰ ਕਰਨਾ, ਕੋਈ ਪਾਲਿਸੀ ਜਾਂ ਕੋਈ ਇਸ ਤਰ੍ਹਾਂ ਦੀ ਇੰਸਟਰਕਸ਼ਨਸ ਐਟਲੀਸਟ ਸਾਡੇ ਪੰਜਾਬ ਪੁਲਿਸ ਸਾਨੂੰ ਸੀਨੀਅਰ ਆਫਿਸਰਸ ਤੋਂ ਜਾਂ ਗਵਰਨਮੈਂਟ ਵੱਲੋਂ ਕੋਈ ਇਸ ਟਾਈਪ ਦਾ ਕੋਈ ਇੰਸਟਰਕਸ਼ਨ ਨਹੀਂ ਹੈ। ਕ੍ਰਿਮੀਨਲਸ ਨੂੰ ਅਰੈਸਟ ਕਰਨਾ, ਯੈਸ, ਉਹ ਸਾਡੀ ਡਿਊਟੀ ਹੈ, ਉਹ ਅਸੀਂ ਕਰਦੇ ਹਾਂ। ਹੁਣ ਕ੍ਰਿਮੀਨਲ ਨੂੰ ਅਰੈਸਟ ਕਰਦੇ ਸਮੇਂ ਜੋ ਹਾਲਾਤ ਨੇ ਉੱਥੇ ਮੌਕੇ ਦੇ ਮੁਤਾਬਕ ਕੌਣ ਬੰਦਾ ਹੈ, ਕਿਸ ਟਾਈਪ ਦਾ ਬੰਦਾ ਹੈ ਅਤੇ ਉਹ ਕਿਵੇਂ ਰਿਐਕਟ ਕਰਦਾ ਉਸ ਸਿਚੁਏਸ਼ਨ ਨੂੰ, ਉਹਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ। ਬਹੁਤ ਕਲੋਜ਼ਲੀ ਇਹਨਾਂ ਸਾਰੀ ਚੀਜ਼ਾਂ ਨੂੰ ਡੀਲ ਕਰਦੇ ਹੋ, ਬਟ ਇਹਦੇ ਵਾਸਤੇ ਕੀ ਕੁਝ ਸਾਈਕੋਲੋਜੀਕਲੀ ਵੀ ਉਹਨਾਂ ਨੂੰ ਸਲਾਹਾਂ ਦਿੱਤੀਆਂ ਜਾਂਦੀਆਂ ਹੈਗੀਆਂ, ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ, ਕਾਉਂਸਲਿੰਗ ਕਰਵਾਈ ਜਾਂਦੀ ਹੈਗੀ ਹੈ ਕਿ ਐਵੇਂ ਦੇ ਹੋਰ ਅੱਗੇ ਅਪਰਾਧਾਂ ਦੇ ਵਿੱਚ ਉਹ ਆਪਣੇ ਆਪ ਨੂੰ ਇੰਡਲਜ ਨਾ ਕਰਨ, ਜੇਕਰ ਇੱਕ ਵਾਰ ਪੈਰ ਧਰਿਆ ਹੈਗਾ ਉਹਦੇ ਵਿੱਚੋਂ ਬਾਹਰ ਨਿਕਲ ਆਉਣ, ਨਾ ਕਿ ਅੱਗੇ ਇਹ ਵਧਾਵਾ ਦੇਣ ਕਿ ਹਾਂ ਮੈਂ ਹੋਰ ਕੇਸਾਂ ਦੇ ਵਿੱਚ ਜਿਹੜਾ ਹੈਗਾ ਉਹ 307 ਵਰਗੇ ਪਰਚੇ ਜਿਹੜੇ ਹੈਗੇ ਆ ਉਹ ਮੇਰੇ ਉੱਤੇ ਪਾਏ। ਬਿਲਕੁਲ, ਇਹ ਬੜੀ ਤੁਹਾਡੀ ਜਿਹੜਾ ਤੁਹਾਡਾ ਇਹ ਸਵਾਲ ਹੈ, ਇਹ ਬੜਾ ਹੀ ਢੁਕਵਾਂ ਹੈ ਅਤੇ ਇਹ ਇੱਕ ਓਵਰਆਲ ਸਾਨੂੰ ਐਜ਼ ਅ ਸਮਾਜ, ਐਜ਼ ਅ ਸਾਰਿਆਂ ਨੂੰ ਸੋਚਣਾ ਪੈਣਾ। ਜਿਹੜੇ NGOs ਨੇ ਜਾਂ ਹੋਰ ਨੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਇਹੀ ਕਰਦਾ ਕਿ ਵੀ ਉਹਨਾਂ ਨੂੰ ਇਸ ਟੌਪਿਕ 'ਤੇ, ਇਸ ਦੇ ਉੱਤੇ ਫੋਕਸ ਕਰਨਾ ਚਾਹੀਦਾ। ਜੇਲਸ ਦੇ ਵਿੱਚ ਵੀ ਜੇ ਉਹ ਰਿਕੁਐਸਟ ਕਰਨਗੇ ਪ੍ਰਿਜ਼ਨ ਡਿਪਾਰਟਮੈਂਟ ਨੂੰ ਵੀ ਕੋਈ ਆਪਣੇ ਉਹ ਕੋਈ ਸੈਮੀਨਾਰ ਐਡਰੈਸ ਕਰਨਾ ਚਾਹੁਣ ਕਿ ਵੀ ਜਿਹੜੇ ਇੱਦਾਂ ਕ੍ਰਿਮੀਨਲਸ ਨੇ ਜਿਹਨੂੰ ਰੀਅਲ ਸੈਂਸ ਦੇ ਵਿੱਚ ਉਹਨਾਂ ਨੂੰ ਤਾਂ ਕਿ ਉਹ ਕ੍ਰਾਈਮ ਦੀ ਦੁਨੀਆ 'ਚੋਂ ਛੱਡ ਕੇ ਬਾਹਰ ਨਿਕਲਣ। ਅਸੀਂ ਇਹ ਚਾਹੁੰਦੇ ਹਾਂ ਕਿ ਵੀ ਉਹ ਇਸ ਟਾਈਪ ਦਾ ਚਾਹੇ ਸੋਸ਼ਲ ਮੀਡੀਆ 'ਤੇ, ਚਾਹੇ ਉਹ ਕਿਸੇ ਵੀ ਜ਼ਰੀਏ ਦੇ ਰਾਹੀਂ ਇੱਦਾਂ ਦਾ ਕੋਈ ਉਹ ਕੈਂਪੇਨ ਸ਼ੁਰੂ ਕੀਤੀ ਜਾਵੇ ਤਾਂ ਕਿ ਅਸੀਂ ਯੂਥ ਨੂੰ ਜਿਹੜਾ ਇਸ ਏਜ ਦੇ ਵਿੱਚ ਵਲਨਰੇਬਲ ਹੈ ਉਹਨੂੰ ਅਸੀਂ ਪ੍ਰੀਵੈਂਟ ਕਰ ਸਕੀਏ ਕਿ ਵੀ ਉਹ ਇਸ ਕ੍ਰਾਈਮ ਵੱਲ ਨਾ ਜਾਵੇ, ਅਤੇ ਜੋ ਆਲਰੇਡੀ ਗਏ ਹੋਏ ਨੇ ਉਹਨਾਂ ਨੂੰ ਅਸੀਂ
ਇਸ ਕ੍ਰਾਈਮ ਦੇ ਵਿੱਚੋਂ ਅਸੀਂ ਉਹਨਾਂ ਨੂੰ ਇਸ ਕ੍ਰਾਈਮ ਦੇ ਦੁਨੀਆ ਦੇ ਵਿੱਚੋਂ ਬਾਹਰ ਕੱਢ ਕੇ ਇੱਕ ਨਾਰਮਲ ਜ਼ਿੰਦਗੀਆਂ ਬਤੀਤ ਕਰਨ ਵਾਸਤੇ ਪ੍ਰੇਰਿਤ ਕਰ ਸਕੀਏ। ਪਰ ਕਿਉਂ ਇੱਕ ਇਹ ਈਗੋ ਜਿਹੜੀ ਹੈਗੀ ਹੈ, ਸੋ ਕਾਲਡ ਗੈਂਗਸਟਰ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਹੈਗੇ ਨੇ, ਇਹਨਾਂ ਦੇ ਵਿੱਚ ਉਹ ਆ ਜਾਂਦੀ ਹੈਗੀ ਕਿ ਨਹੀਂ ਅਸੀਂ ਸਰੈਂਡਰ ਨਹੀਂ ਕਰਾਉਣਾ ਹੈਗਾ, ਬਾਕੀ ਜੋ ਅੰਜਾਮ ਹੋਣਗੇ ਉਹ ਦੇਖੀਏ। ਇਹ ਇੱਕ ਜਿਹੜੀ ਕ੍ਰਿਮੀਨਲ ਹੈ ਨਾ ਜੀ, ਹਰ ਕ੍ਰਿਮੀਨਲ ਦਾ ਇੱਕ ਅੱਡ ਸੁਭਾਅ ਹੈ, ਅੱਡ ਫਿਤਰਤ ਹੈ ਉਹਨਾਂ ਦੀ। ਸੋ ਆਪਣੇ ਆਪ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਜਾਣਾ ਹੈ, ਕ੍ਰਿਮੀਨਲਸ ਦੇ ਵਿੱਚ ਜਾਣਾ ਹੈ। ਜਦੋਂ ਅਸੀਂ ਅਰੈਸਟ ਕਰ ਲੈਂਦੇ ਉਹਨਾਂ ਨੂੰ, ਤਾਂ ਜਦੋਂ ਜੇਲ੍ਹ ਦੇ ਵਿੱਚ ਜਾਂਦੇ ਆ ਤਾਂ ਉਹਦੇ 'ਚ ਇੱਕ ਆਪਣਾ ਇੱਕ ਪ੍ਰੈਸ਼ਰ ਗਰੁੱਪ ਹੈ, ਤਾਂ ਉਹਦੇ 'ਚ ਮਤਲਬ ਉਹਦੇ ਦੇਖਿਆ ਜਾਂਦਾ ਹੈ ਕਿ ਉਹਦੀ ਰਿਸਪੈਕਟ ਹੈ ਜਿਹੜੀ ਉਹਦੇ ਕ੍ਰਾਈਮ ਦੇ ਮੁਤਾਬਕ, ਤੇ ਕਿਸ ਟਾਈਪ ਦਾ ਉਹਨੇ ਕ੍ਰਾਈਮ ਕੀਤਾ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਆਪਣੀ ਉਹ ਇਮੇਜ ਬਣਾਉਂਦਾ ਹੈ, ਤਾਂ ਕਿ ਉਹ ਉੱਥੇ ਜਿਹੜੇ ਉਹਦੀ ਸਟੇ ਹੈ ਜੇਲ੍ਹ ਦੇ ਵਿੱਚ ਉਹ ਕੰਫਰਟੇਬਲ ਹੋ ਜਾਵੇ। ਤਾਂ ਜਿੰਨਾ ਉਹ ਵੱਡਾ ਆਪਣੇ ਆਪ ਨੂੰ ਇਮੇਜ ਲੈ ਕੇ ਜਾਊਗਾ, ਓਨਾ ਹੀ ਉਹਨੂੰ ਲੱਗਦਾ ਹੈ ਕਿ ਵੀ ਮੇਰੀ ਜੇਲ੍ਹ ਦੇ ਵਿੱਚ ਜਿਹੜੀ ਹੈਗੀ ਹੈ ਉਹ ਸੌਖੀ ਕੱਟੀ ਜਾਊਗੀ। ਸੋ ਜੇ ਉਹ ਛੋਟਾ ਆਪਣੇ ਆਪ ਨੂੰ ਇਹ ਕਰੂਗਾ ਕਿ ਕਮਜ਼ੋਰ ਹੈ ਜਾਂ ਵੀਕ ਹੈ ਜਾਂ ਹੋਰ ਹੈ, ਜਿਹੜਾ ਕਿ ਕ੍ਰਿਮੀਨਲ ਕਦੇ ਐਕਸੈਪਟ ਕੋਈ ਵੀ ਨਹੀਂ ਕਰਦਾ। ਸੋ ਉਹ ਹੀ ਡਜ਼ਨਟ ਵਾਂਟ ਟੂ ਸ਼ੋ ਹਿਮਸੈਲਫ ਕਿ ਵੀ ਮੈਂ ਕੋਈ ਵੀ ਵਿਚਾਰਾ ਵਾਲਾ ਜਿਹਾ ਹੈਗਾ, ਜਾਂ ਮੈਂ ਕੋਈ ਜੇਬ ਕਤਰਾ ਹੈ, ਜਾਂ ਮੈਂ ਉਹ ਹੈ। ਉਹ ਇਸ ਗੱਲ ਨੂੰ ਕਹਿੰਦੇ ਨੇ। ਇਹ ਕਈ ਵਾਰੀ ਸਾਡੇ ਨਾਲ ਅਸੀਂ ਜਿਹੜੇ ਇੱਕ ਦੋ ਪਾਰਟੀਕੂਲਰਲੀ ਇੰਸੀਡੈਂਟ ਦੇ ਵਿੱਚ, ਜਦੋਂ ਉਹਨਾਂ ਨੇ ਕੋਈ ATM ਇੱਕ ਗੈਂਗਸਟਰ ਨੂੰ ਅਸੀਂ ਅਰੈਸਟ ਕੀਤਾ ਅਤੇ ਉਹਦੀ ATM ਪੱਟਣ ਦੀ ਉਹਦੀ ਸ਼ਮੂਲੀਅਤ ਆਈ, ਉਹਨੇ ਇਹ ਕਿਹਾ, ਕਹਿੰਦਾ ਜੀ ਮੈਨੂੰ ਕਤਲ ਦੇ ਕੇਸ 'ਚ ਪਾ ਦਿਓ, ਪਰ ਮੈਨੂੰ ਇਸ ਚੋਰੀ ਦੇ ਵਾਲੇ 'ਚ ਨਾ ਪਾਓ। ਸੋ ਆਪਣੀ ਇਨਸਲਟ ਸਮਝਦਾ ਸੀਗਾ ਕਿ ਵੀ ਮੈਨੂੰ ਇਹ ਜਦੋਂ ਮੈਂ ਜਾਊਂਗਾ ਉਹ ਕਹਿਣਗੇ ਲੋਕ ਜਿਹੜੇ ਜੇਲ੍ਹ ਦੇ ਵਿੱਚ ਜਾ ਕੇ ਕਿ ਤੂੰ ਤਾਂ ਸਰ ਚੋਰੀ ਦੇ ਕੇਸ 'ਚ ਆਇਆ। ਸੋ ਇਹ ਕਹਿੰਦਾ ਸੀ ਮੈਨੂੰ ਕਤਲ ਦੇ ਜਾਊਂਗਾ ਤਾਂ ਮੈਨੂੰ ਇਹਦੀ ਮੇਰੀ ਉਹ ਵੱਡੀ। ਸੋ ਮਤਲਬ ਇਹ ਰਿਕੁਐਸਟ ਆਈ ਉਹਦੇ ਵੱਲੋਂ। ਜ਼ੁਰਮ ਹੁੰਦਾ ਹੈ, ਭਾਵੇਂ ਵੱਡਾ ਹੋਵੇ ਭਾਵੇਂ ਛੋਟਾ। ਪਿਛਲੇ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਚੱਲ ਰਿਹਾ ਜੈਪਾਲ ਭੁੱਲਰ ਦਾ ਮਾਮਲਾ ਆਖਿਰਕਾਰ ਖਤਮ ਹੋ ਚੁੱਕਿਆ ਹੈ। ਜੈਪਾਲ ਭੁੱਲਰ ਤੇ ਉਸਦੇ ਸਾਥੀ ਜੱਸੀ ਖਰੜ ਦਾ ਕਲਕੱਤਾ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ ਹੈ। ਪਰ ਵੱਡੇ ਸਵਾਲ ਇਹ ਨੇ ਕਿ ਐਨਕਾਊਂਟਰ ਹੀ ਆਖਰੀ ਹੱਲ ਹੁੰਦਾ ਹੈ, ਜਾਂ ਫਿਰ ਜਿਹੜੇ ਇਹ ਪੰਜਾਬ ਦੇ ਨੌਜਵਾਨ ਨੇ ਜਾਂ ਜਿਹੜੇ ਹੋਰ ਲੋਕ ਨੇ, ਇਹਨਾਂ ਨੂੰ ਚੰਗੇ ਰਾਹ ਦੇ ਉੱਤੇ ਇਹਨਾਂ ਨੂੰ ਚੰਗੀ ਸਿੱਖ ਜਿਹੜੀ ਹੈ ਉਹ ਵੀ ਦਵਾਈ ਜਾ ਸਕਦੀ ਹੈ ਔਰ ਇਸ ਪੂਰੇ ਘਟਨਾਕ੍ਰਮ ਨੂੰ ਬਚਾਇਆ ਵੀ ਜਾ ਸਕਦਾ ਹੈ। ਸਾਡੇ ਨਾਲ ਓਕੂ ਦੇ ਸੀਨੀਅਰ ਅਧਿਕਾਰੀ ਗੁਰਮੀਤ ਸਿੰਘ ਚੌਹਾਨ ਹੋਣੀ ਮੌਜੂਦ ਨੇ। ਚੌਹਾਨ ਸਾਹਿਬ, ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ TV 'ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸਰ। ਜੋ ਹੋਇਆ ਪਿਛਲੇ ਦਿਨਾਂ 'ਚ ਮੀਡੀਆ ਦੇ ਵਿੱਚ ਵੀ ਅਸੀਂ ਚਰਚਾਵਾਂ ਉਹ ਦੇਖੀਆਂ, ਤੁਹਾਡੀ ਵੀ ਇੰਟਰਵਿਊ ਸੁਣੀਆਂ, ਪਰ ਵੱਡਾ ਸਵਾਲ ਪੰਜਾਬ ਕਿਹੜੇ ਰਾਹ ਦੇ ਉੱਤੇ ਹੈਗਾ ਕਿ ਇਹਨਾਂ ਚੀਜ਼ਾਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ, ਜਾਂ ਫਿਰ ਜੋ ਇਹ ਚੀਜ਼ਾਂ ਹੋਈਆਂ, ਜੋ ਇਹ ਪਾਸਟ ਐਕਸਪੀਰੀਐਂਸਿਸ ਰਹੇ, ਪਾਸਟ ਇਹ ਵਾਰਦਾਤਾਂ ਰਹੀਆਂ, ਇਸ ਤੋਂ ਹੁਣ ਨੌਜਵਾਨ ਅੱਗੇ ਕੋਈ ਸਿੱਖ ਲੈ ਪਾਉਣਗੇ? ਬਿਲਕੁਲ ਜੀ, ਮੈਂ ਤਾਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜਾ ਕਿ ਤਕਰੀਬਨ ਅਸੀਂ ਜਦੋਂ ਦਾ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਬਣਿਆ, ਜਿੰਨੇ ਵੀ ਕ੍ਰਿਮੀਨਲਸ ਜਿਹੜੇ ਅਸੀਂ ਸਮਝਦੇ ਸੀਗੇ ਕਿ ਟੌਪ ਕੈਟੇਗਰੀ ਦੇ ਨੇ, ਉਹ ਸਾਰਿਆਂ ਨੂੰ ਅਰੈਸਟ ਕਰਕੇ ਜਾਂ ਉਹ ਜੇਲ੍ਹ ਦੇ ਵਿੱਚ ਨੇ ਜਾਂ ਅਨਫੋਰਚੂਨੇਟਲੀ ਕਿਸੇ ਪੁਲਿਸ ਐਕਸ਼ਨ ਦੇ ਵਿੱਚ ਉਹ ਆਪਣੀ ਜਾਨ ਗਵਾ ਬੈਠੇ ਨੇ। ਸੋ ਇਹ ਪੰਜਾਬ ਦੀ ਯੂਥ ਨੂੰ ਇੱਕ ਬੜੀ ਬਲੈਕ ਐਂਡ ਵਾਈਟ ਦੇ ਵਿੱਚ ਇੱਕ ਸਮਝ ਲੈਣਾ ਚਾਹੀਦਾ ਹੈ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਨੇ। ਕਾਨੂੰਨ ਹੁੰਦਾ ਹੈ, ਇਹਦੇ ਨਾਲ ਖਿਲਵਾੜ ਕਰਨਾ ਜਾਂ ਇਹਨੂੰ ਲਾਈਟਲੀ ਲੈਣਾ ਜਾਂ ਇਸ ਉਮਰ ਦੇ ਜਿਹੜੇ ਹੈਗੇ ਨੇ ਬਹਾਵ ਦੇ ਵਿੱਚ ਆ ਕੇ ਜਾਂ ਜਜ਼ਬਾਤਾਂ ਦੇ ਬਹਾਵ ਦੇ ਵਿੱਚ ਆ ਕੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਅੰਤ ਮਾੜਾ ਹੀ ਹੋਣਾ। ਅੰਤ ਹਮੇਸ਼ਾ ਇਸ ਚੀਜ਼ ਦਾ ਮਾੜਾ ਹੀ ਹੈ। ਅਸੀਂ ਤਸਵੀਰਾਂ ਵੀ ਦੇਖੀਆਂ, ਵਿੱਕੀ ਕਾਊਂਟਰ ਵਾਲਾ ਮਾਮਲਾ ਹੋ ਜੇ ਤੇ ਹੁਣ ਜੈਪਾਲ ਭੁੱਲਰ ਦੀ ਅਸੀਂ ਗੱਲ ਕਰ ਲਈਏ ਤਾਂ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਵੀ ਸਵਾਲ ਇਹੀ ਖੜੇ ਹੁੰਦੇ ਨੇ ਕਿ ਇੱਕ ਇੰਟਰਨੈਸ਼ਨਲ ਖਿਡਾਰੀ ਹੋਵੇ, ਇੱਕ ਵਧੀਆ ਪਲੇਅਰ ਹੋਵੇ ਤੇ ਉਹ ਇਸ ਦੁਨੀਆ ਦੇ ਵਿੱਚ ਆ ਜਾਂਦਾ ਹੈਗਾ। ਜੈਪਾਲ ਭੁੱਲਰ ਦੀ ਜੇਕਰ ਅਸੀਂ ਹਿਸਟਰੀ ਦੀ ਵੀ ਗੱਲ ਕਰਦੇ ਹੈਗੇ ਹਾਂ ਤਾਂ ਜਿਸ ਵਾਰਦਾਤਾਂ ਦੇ ਵਿੱਚ ਉਸ ਦੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈਗੀ ਹੈ, ਉਸ ਤੋਂ ਬਾਅਦ ਜੈਕ ਆਪਰੇਸ਼ਨ ਚਲਾਇਆ ਜਾਂਦਾ ਹੈਗਾ, ਤਾਂ ਕਿਵੇਂ ਆਖਿਰਕਾਰ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਉੱਥੇ ਤੱਕ ਪਹੁੰਚਦੇ ਹੈਗੇ ਨੇ? ਕੀ ਵੱਡੇ ਕਲੂ ਜਿਹੜੇ ਸੀਗੇ ਉਹ ਇਸ ਆਪਰੇਸ਼ਨ ਦੇ ਵਿੱਚ ਤੁਹਾਨੂੰ ਪ੍ਰਾਪਤ? ਜਿਹੜੀ ਜੈਪਾਲ ਦੇ ਨੂੰ ਅਸੀਂ ਟਰੈਕ ਕਰਨ ਦੇ ਵਿੱਚ ਕਾਫੀ ਇਹ ਕੋਈ ਹੁਣ ਦਾ ਨਹੀਂ ਹੈਗਾ ਕਿ ਵੀ ਹੁਣੇ ਦੇ ਜਿਹੜੇ ਹੈਗੇ ਨੇ ਕਲੂਜ਼ ਨੇ। ਅਸੀਂ ਇਹਦੀਆਂ ਜਿਹੜੀਆਂ ਬਿਟਸ ਐਂਡ ਪੀਸਸ ਸਾਨੂੰ ਮਿਲਦੀਆਂ ਰਹੀਆਂ ਨੇ, ਪਰ ਬਹੁਤ ਲਿਮਿਟਡ ਮਿਲਦੀਆਂ ਸੀਗੀਆਂ, ਕਿਉਂਕਿ ਇਹਦੇ ਨਾਲ ਦੇ ਡਾਇਰੈਕਟਲੀ ਜਿਹੜੇ ਬੰਦੇ ਜਿਹੜੇ ਇਹਦੇ ਨਾਲ ਕ੍ਰਾਈਮ 'ਚ ਸ਼ਾਮਲ ਹੁੰਦੇ ਸੀ, ਉਹਨਾਂ ਨੂੰ ਅਰੈਸਟ ਕਰਨਾ, ਉਹਨਾਂ ਦੀ ਪੁੱਛਗਿੱਛ ਕਰਨਾ, ਉਹਨਾਂ ਦੀ ਕਿੰਨਾ ਉਹ ਕੋਆਪਰੇਟ ਕਰਦੇ ਆ, ਕਿੰਨੀ ਇਨਫੋਰਮੇਸ਼ਨ ਉਹ ਪ੍ਰੋਵਾਈਡ ਕਰਦੇ ਨੇ, ਇਹ ਇੱਕ ਬਹੁਤ ਵੱਡਾ ਚੈਲੰਜ ਸੀਗਾ। ਸੋ ਜਿਹੜੇ ਉਹਨਾਂ ਦੇ ਸਾਥੀ ਤਕਰੀਬਨ ਜਿਹੜੇ ਸੀਗੇ, ਉਹਨਾਂ ਨੇ
ਇਹ ਨੇ ਕਿਉਂਕਿ ਇਹਦਾ ਇੱਕ ਕਰੈਕਟਰ ਆਪਣਾ ਇਸ ਤਰ੍ਹਾਂ ਦਾ ਸੀਗਾ, ਕਰੈਕਟਰਿਸਟਿਕ ਆਪਣਾ ਇਸ ਤਰ੍ਹਾਂ ਦਾ ਰੱਖਿਆ ਹੋਇਆ ਸੀ। ਇਹ ਬਹੁਤੀ ਇਨਫੋਰਮੇਸ਼ਨ ਆਪਣੇ ਬਾਰੇ ਆਪਣੇ ਜਿਹੜੇ ਸਾਥੀ ਸੀ ਉਹਨਾਂ ਨੂੰ ਵੀ ਨਹੀਂ ਸ਼ੇਅਰ ਕਰਦਾ ਸੀਗਾ, ਜਿਹਦੇ ਕਰਕੇ ਇਹ ਇੰਨੀ ਦੇਰ ਤੱਕ ਸਰਵਾਈਵ ਕਰਦਾ ਰਿਹਾ। ਇਹ ਸਭ ਤੋਂ ਵੱਡਾ ਚੈਲੰਜ ਸੀ। ਪਰ ਉਸ ਦੇ ਬਾਵਜੂਦ ਵੀ ਜਿਹੜੀ ਸਾਨੂੰ ਬ੍ਰੇਕ ਥਰੂਜ਼ ਮਿਲੀਆਂ, ਜਿਹੜੀਆਂ ਕਿ ਗੋਲਡ ਡਕੈਟੀ ਜਿਹੜੀ ਲੁਧਿਆਣਾ ਰੋਬਰੀ ਹੋਈ ਸੀਗੀ ਗੋਲਡ ਦੀ 33 ਕਿਲੋ ਦੀ 2020 ਦੇ ਵਿੱਚ, ਉਹਦੇ 19 ਚ 20 ਦੇ ਵਿੱਚ ਉਹ ਅਰੈਸਟ ਹੋਏ ਨੇ ਕ੍ਰਿਮੀਨਲ ਉਹਦੇ ਸਾਹਿਬ। ਤੋ ਉਸ ਦੇ ਜਿਹੜੇ ਇਹਦੇ ਸਾਥੀ ਸੀ ਜਿਹੜੇ ਉਸ ਕ੍ਰਾਈਮ 'ਚ ਇਨਵੋਲਵਡ ਸੀ, ਉਹਨਾਂ ਤੋਂ ਕਾਫੀ ਹੱਦ ਤੱਕ ਇਹਦਾ ਰੀਅਲ ਬ੍ਰਦਰ ਸੀਗਾ ਜਿਹੜਾ ਉਹ ਇਨਵੋਲਵਡ ਸੀਗਾ, ਉਹ ਵੀ ਅਰੈਸਟ ਹੋਇਆ। ਇਹਦੇ ਜਿਹੜੇ ਬਹੁਤ ਕਰੀਬੀ ਦੇ ਜਿਹੜੇ ਗਰੁੱਪ ਸੀਗਾ ਉਹ ਅਸੀਂ ਤਕਰੀਬਨ ਉਹ ਵੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨੇ ਹੀ 20 ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਅਰੈਸਟ ਕਰ ਲਿਆ ਸੀਗਾ। ਸੋ ਉਹਦੇ 'ਚੋਂ ਕੋਈ ਬਿਟਸ ਐਂਡ ਪੀਸਸ ਉੱਥੋਂ ਮਿਲੇ, ਪਰ ਜਿਹੜੀ ਇਮੀਡੀਏਟ ਜਿਹੜੀ ਸਮਝ ਲਓ ਵੀ ਐਕਸ਼ਨੇਬਲ ਜਿਹੜੀ ਇੰਟੈਲੀਜੈਂਸ ਜਾਂ ਜਿਹੜੇ ਕਲੂਜ਼ ਜਿਹੜੇ ਮਿਲਣੇ ਸ਼ੁਰੂ ਹੋਏ ਨੇ ਉਹ ਖੰਨੇ ਵਾਲੇ ਇੰਸੀਡੈਂਟ ਤੋਂ ਮਿਲਣੇ ਸ਼ੁਰੂ ਹੋਏ ਨੇ। ਸੋ ਉੱਥੇ ਸਾਨੂੰ ਕੁਛ ਇਨਫੋਰਮੇਸ਼ਨ ਮਿਲੀਆਂ, ਕੁਛ ਕਲੂਜ਼ ਮਿਲੇ, ਕੁਛ ਇਹੋ ਜਿਹਾ ਸਾਡੇ ਕੋਲੇ ਜਿਹੜਾ ਹੈਗਾ ਟੈਕਨੀਕਲ ਇਨਪੁਟਸ ਦੇ ਮਿਲ ਗਈਆਂ। ਫਿਰ ਉਸ ਤੋਂ ਬਾਅਦ ਜਿਹੜਾ ਇਹ ਪਰਟੀਕੂਲਰਲੀ ਖੰਨੇ ਜਗਰਾਓਂ ਵਾਲਾ ਇੰਸੀਡੈਂਟ ਸੀਗਾ, ਉਹਦੇ 'ਚੋਂ ਬੜੇ ਸਬੂਤ ਮਿਲੇ, ਉਹਦੇ 'ਚੋਂ ਕਲੂਜ਼ ਮਿਲੀਆਂ। ਤਾਂ ਉਹਨਾਂ ਤੋਂ ਲੀਡਸ ਨੂੰ ਅਸੀਂ ਕੈਰੀ ਫਾਰਵਰਡ ਕਰਦੇ ਹੋਏ ਜਿਹੜਾ ਹੈਗਾ ਇਸ ਨਤੀਜੇ ਤੇ ਪਹੁੰਚੇ। ਜਿਸ ਤਰੀਕੇ ਦੇ ਨਾਲ ਅਸੀਂ ਤਸਵੀਰ ਜਿਹੜੀ ਜਾਰੀ ਕੀਤੀ ਗਈ ਸੀਗੀ ਜੈਪਾਲ ਭੁੱਲਰ ਦੀ, ਔਰ ਜੋ ਐਨਕਾਊਂਟਰ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਉਸ ਦੇ ਵਿੱਚ ਭੇਸ ਵੀ ਜਿਹੜਾ ਹੈਗਾ ਉਹ ਬਦਲਿਆ ਹੋਇਆ ਜਾਪ ਰਿਹਾ ਹੈਗਾ, ਕੀ ਇਹ ਵੀ ਇੱਕ ਖੂਬੀ ਸੀਗੀ ਜੈਪਾਲ ਦੀ ਕਿ ਇਹ ਭੇਸ ਵੀ ਆਪਣੇ ਜਿਹੜਾ ਸੀਗਾ ਬਦਲਦਾ ਰਹਿੰਦਾ ਸੀ? ਬਿਲਕੁਲ, ਇਹ ਇੱਕ ਉਹਦੀ ਮਾਸਟਰ ਆਫ ਡਿਸਗਾਈਜ਼ ਸੀਗਾ। ਜੋ ਖੰਨੇ ਦੇ ਵਿੱਚ ਰੂਪ ਸੀ ਉਹਦਾ, ਉਹ ਜਗਰਾਓਂ ਵਾਲੇ ਇੰਸੀਡੈਂਟ ਦੇ ਵਿੱਚ ਰੂਪ ਨਹੀਂ ਸੀਗਾ। ਜੋ ਜਿਹੜਾ ਜਗਰਾਓਂ ਵਾਲੇ ਇੰਸੀਡੈਂਟ ਦੇ ਵਿੱਚ ਸੀਗਾ ਉਹ ਉਸ ਤੋਂ ਬਾਅਦ ਜਿਹੜਾ ਹੁਣ ਕਲਕੱਤੇ ਵਾਲਾ ਉਹਦੇ ਚੇਂਜ ਹੋ ਗਿਆ। ਸੋ ਵਿਦਿਨ ਸੇ ਲੈਸ ਦੈਨ 15-20 ਡੇਜ਼ ਉਹਨੇ ਆਪਣੇ 3 ਰੂਪ ਬਦਲ ਚੁੱਕਿਆ ਸੀਗਾ। ਅਤੇ ਇਟ ਇਜ਼ ਮੈਟਰ ਆਫ ਮੈਂ ਕਹਾਂਗੀ ਉਹਦੇ ਵਾਸਤੇ ਬੈਡ ਲੱਕ ਅਤੇ ਸਾਡੇ ਵਾਸਤੇ ਗੁੱਡ ਲੱਕ ਕਿ ਵੀ ਉਹ 2 ਵਾਰੀ ਪੁਲਿਸ ਨਾਲ ਡਾਇਰੈਕਟਲੀ ਕਨਫਰੰਟੇਸ਼ਨ 'ਚ ਆਇਆ, ਚਾਹੇ ਉਹ ਦੋਨੇ ਵਾਰੀ ਉੱਥੋਂ 'ਚੋਂ ਨਿਕਲ ਗਿਆ, ਬਟ ਇਹ ਪਹਿਲੀ ਵਾਰੀ ਹੋਇਆ ਸੀਗਾ। ਇਸ ਤੋਂ ਪਹਿਲਾਂ ਉਹਦਾ ਬਰਸ਼ ਵਿਦ ਪੁਲਿਸ ਡਾਇਰੈਕਟਲੀ ਕਦੇ ਵੀ ਨਹੀਂ ਹੋਇਆ ਸੀਗਾ। ਦੁਰਾਹਾ ਦੇ ਵਿੱਚ ਵੀ ਇੱਕ ਵਾਰ ਉਹੀ ਮੈਂ ਕਹਿ ਰਿਹਾ ਨਾ ਕਿ ਇੱਕ ਦੁਰਾਹੇ ਦਾ ਪਹਿਲਾ ਇੰਸੀਡੈਂਟ ਹੋਇਆ ਜਦੋਂ ਪਹਿਲੀ ਵਾਰੀ ਪੁਲਿਸ ਦੇ ਨਾਲ ਉਹ ਰਾਬਤਾ ਉਹਦਾ ਹੋਇਆ। ਦੂਸਰੀ ਵਾਰੀ ਜਦੋਂ ਜਗਰਾਓਂ ਦਾ ਇੰਸੀਡੈਂਟ ਹੁੰਦਾ ਜਿਹਦੇ 'ਚ ਉਹ ASIs ਨੂੰ ਮਾਰ ਦਿੰਦੇ ਆ, ਅਤੇ ਤੀਸਰੀ ਵਾਰੀ ਇਹ ਹੋਇਆ ਜਿਹੜਾ ਇਨਫੈਕਟ ਸ਼ਾਇਦ ਹਾਲੇ ਤੱਕ ਕਿਸੇ ਨੂੰ ਇਹ ਨਹੀਂ ਹੈ। ਇਹਨਾਂ ਨੇ ਜਿੱਦਾਂ ਇਹ 15 ਤਰੀਕ ਨੂੰ ਭੱਜ ਕੇ ਗਏ ਆ, ਇੱਕ ਰਾਜਗੜ੍ਹ ਦੇ ਰਾਜਸਥਾਨ ਦੇ ਵਿੱਚ ਵੀ ਇਹਨਾਂ ਨੂੰ ਪੁਲਿਸ ਨੇ ਰੋਕ ਲਿਆ ਸੀਗਾ ਇੱਕ ਢਾਬੇ ਦੇ ਉੱਤੋਂ। ਉਸ ਟਾਈਮ ਦੇ ਉੱਤੋਂ ਇਹ ਬਚ ਗਏ ਸੀਗੇ। ਉਹ ਚੌਕੀ ਇੰਚਾਰਜ ਨੇ ਉਹ ਇਹਨਾਂ ਦੀ ਗੱਡੀ ਲੈ ਗਿਆ ਅਤੇ ਇਹ ਉੱਥੋਂ ਮੌਕੇ ਤੋਂ ਭੱਜ ਗਏ ਸੀ। ਇਹ ਵੀ ਕਹਿੰਦੇ ਇੱਕ ਚੀਜ਼ ਰਹੀ ਹੈਗੀ ਕਿ ਅਜੇ ਤੱਕ ਜਿਵੇਂ ਬਾਕੀ ਅਸੀਂ ਗੈਂਗਸਟਰਾਂ ਦੀ ਗੱਲ ਕਰਦੇ ਹੈਗੇ ਹਾਂ, ਕਦੀ ਨਾ ਕਦੀ ਉਹ ਗਿਰਫਤ ਦੇ ਵਿੱਚ ਆਏ ਹੈਗੇ ਨੇ, ਫਿਰ ਉੱਥੋਂ ਭੱਜੇ ਹੈਗੇ ਨੇ, ਪਰ ਜੈਪਾਲ ਭੁੱਲਰ ਕਦੀ ਗਿਰਫਤ ਦੇ ਵਿੱਚ ਨਹੀਂ ਆਇਆ ਸੀਗਾ। ਬਿਲਕੁਲ ਬਿਲਕੁਲ, ਹਾਲੇ ਤੱਕ ਸਾਡੇ ਕੋਲੇ ਜਿਹੜੀ ਹੈਗੀ ਹੈ ਡਾਇਰੈਕਟਲੀ ਜੋ 2014 ਤੋਂ ਇਹ ਬੇਲ ਜੰਪ ਕੀਤੀ ਹੈ ਨੇ, ਉਸ ਤੋਂ ਬਾਅਦ ਕਦੇ ਵੀ ਪੁਲਿਸ ਨਾਲ, ਮੈਂ ਉਹੀ ਕਹਿ ਰਿਹਾ ਨਾ ਕਿ ਪੁਲਿਸ ਨਾਲ ਇਹਦਾ ਡਾਇਰੈਕਟ ਕਨਫਰੰਟੇਸ਼ਨ ਕਦੇ ਵੀ ਨਹੀਂ ਸੀ ਹੋਈ। ਔਰ ਸਰ ਟੈਕਨੋਲੋਜੀ ਹਾਲਾਂਕਿ ਬਹੁਤ ਐਡਵਾਂਸ ਹੋ ਗਈ ਹੈਗੀ, ਤੁਹਾਡੇ ਕੋਲ ਵੀ ਇਹੋ ਜਿਹੇ ਬਹੁਤ ਸਾਰੇ ਟੂਲਸ ਹੋਣਗੇ ਜਿਸ ਨਾਲ ਤੁਸੀਂ ਕਲੂਜ਼ ਜਿਹੜੇ ਹੈਗੇ ਉਹ ਪ੍ਰਾਪਤ ਕਰਦੇ ਹੋਵੋਗੇ। ਕੀ ਜੈਪਾਲ ਭੁੱਲਰ ਵੀ ਉਸ ਟੈਕਨੋਲੋਜੀ ਦਾ ਇਸਤੇਮਾਲ ਕਰਦਾ ਸੀਗਾ? ਕਿ ਉਸਦੇ ਕੋਲ ਵੀ ਇਹੋ ਜਿਹੀਆਂ ਕੁਝ ਚੀਜ਼ਾਂ ਸੀਗੀਆਂ ਜਿਸ ਦਾ ਇਸਤੇਮਾਲ ਕਰਦੇ ਹੋਏ ਹੁਣ ਤੱਕ ਉਹ ਬਚ ਰਿਹਾ ਸੀਗਾ? ਬਿਲਕੁਲ ਬਿਲਕੁਲ, ਉਹ ਹੀ ਵਾਜ਼ ਕਈ ਗੱਲਾਂ ਦੇ ਵਿੱਚ ਉਹ ਬੜਾ ਸ਼ਰੂਡ ਸੀ। ਅਤੇ ਟੈਕਨੋਲੋਜੀ ਦਾ ਜਿਹੜਾ ਫੇਕ ਡਾਕੂਮੈਂਟਸ, ਫੇਕ ਆਈਡੈਂਟੀਟੀਜ਼ ਕ੍ਰੀਏਟ ਕਰਨੀਆਂ ਵਿਦ ਡਿਫਰੈਂਟ ਆਪਣੀ ਚਿਹਰੇ ਦੇ ਉਹ ਜਿਸ ਰੂਪ ਦੇ ਵਿੱਚ ਹੈ ਉਸ ਟਾਈਪ ਦੀ ਉਹਨੇ ਫੋਟੋ, ਉਸ ਟਾਈਪ ਦਾ ਫਿਰ ਉਹਨੇ ਆਪਣਾ ਜਿਹੜਾ ਨਾਮ ਅਕੋਰਡਿੰਗਲੀ ਬਣਾ ਕੇ ਫੇਕ ਡਾਕੂਮੈਂਟਸ, IDs, ਲਾਇਸੈਂਸਿਸ, ਵਹੀਕਲਸ ਦੇ ਵਿੱਚ ਰਜਿਸਟ੍ਰੇਸ਼ਨਸ, ਉਹ ਤਕਰੀਬਨ ਜਿਵੇਂ ਹੁਣ ਵੈਸਟ ਬੰਗਾਲ 'ਚ ਹੈ ਤਾਂ ਵੈਸਟ ਬੰਗਾਲ ਵਾਲੀ ਟਾਈਪ ਵਾਲੀ ਗੱਡੀ ਯੂਜ਼ ਕਰੂਗਾ, UP 'ਚ ਹੈ ਤਾਂ ਹੋਰ ਇਸ ਟਾਈਪ ਦੇ ਸਮੋਲ ਇਹੋ ਜਿਹੇ ਕਈ ਉਹ ਜਿਹੜੇ ਹੈਗੇ ਨੇ ਹੱਥਕੰਡੇ ਬਣਾਉਂਦਾ ਸੀ। ਸਰ ਵੈਸਟ ਬੰਗਾਲ ਦੀ ਜੇ ਮੈਂ ਗੱਲ ਕਰਾਂ ਤਾਂ ਕੀ ਉੱਥੇ ਜਾ ਕੇ ਇਹ ਗੈਂਗਸਟਰ ਕਿਉਂ ਪੁਸ਼ਪਨਾਹੀ ਜਿਹੜੀ ਹੈਗੀ ਆ ਉਹ ਵੱਧ ਲੈ ਲੈਂਦੇ ਹੈਗੇ ਨੇ? ਸੰਮਤ ਨਹਿਰਾ ਦੀ ਅਸੀਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹ ਵੀ ਉੱਥੇ ਹੀ ਜਿਹੜਾ ਸੀਗਾ, ਜਾਂ ਹੋਰ ਗੈਂਗਸਟਰ ਜਿਹੜੇ ਹੈਗੇ ਨੇ ਉਹ ਉੱਥੇ ਜਾ ਕੇ ਜਿਹੜੇ ਹੈਗੇ ਆ ਉਹ ਆਪਣੀ ਪਨਾਹ ਲੈ ਲੈਂਦੇ ਨੇ। ਵੈਸਟ ਬੰਗਾਲ ਦੇ ਵਿੱਚ ਕੀ ਉੱਥੇ ਪਨਾਹ ਲੈਣੀ ਆਸਾਨ ਹੈਗੀ ਹੈ, ਜਾਂ ਫਿਰ ਇਹਨਾਂ ਨੂੰ ਆਸਾਨ ਰਸਤਾ ਉਹ ਲੱਗਦਾ ਹੈਗਾ? ਨਹੀਂ, ਇਹ ਕੋਈ ਸਪੈਸੀਫਿਕ ਨਹੀਂ ਹੈ। ਇਹ ਜਿਹੜਾ ਸੰਪਤ ਨਹਿਰਾ ਉਹ ਹੈਦਰਾਬਾਦ ਤੋਂ ਅਰੈਸਟ ਹੋਇਆ ਸੀਗਾ। ਸੋ ਇਹ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅਸੀਂ ਜਿਸ ਸਟੇਟ ਦੇ ਵਿੱਚ ਜਿੱਥੇ ਕ੍ਰਾਈਮ ਕੀਤਾ ਉਹ ਤੋਂ ਜਿੰਨਾ ਦੂਰ ਹੋ ਸਕੀਏ ਉੱਥੇ ਚਲੇ ਜਾਈਏ, ਤਾਂ ਕਿ ਇਹ ਵੀ ਕੂਲਿੰਗ ਆਫ ਪੀਰੀਅਡ ਹੁੰਦਾ ਹੈ। ਇੱਥੇ ਜਾ ਕੇ ਇਹਨਾਂ ਨੇ ਆਊਟ ਆਫ ਸਟੇਟ ਜਾ ਕੇ ਮਹੀਨਾ 2 ਮਹੀਨੇ, ਹੋ ਸਕਦਾ 6 ਮਹੀਨੇ ਉੱਥੇ ਸ਼ਾਂਤ ਬੈਠ ਕੇ ਉੱਥੋਂ ਆਪਣਾ ਕੰਮ ਕਰੀ ਜਾਣ। ਸੋ ਉਦੋਂ ਬਾਅਦ ਫਿਰ ਉਹਨਾਂ ਨੇ ਜਦੋਂ ਨੂੰ ਇਹਨਾਂ 'ਤੇ ਪ੍ਰੈਸ਼ਰ ਘੱਟ ਜਾਂਦਾ ਤਾਂ ਇਹ ਵਾਪਸ ਆ ਕੇ ਜਿਹੜਾ ਹੈਗਾ ਇੱਕ ਨਵੀਂ ਆਇਡੈਂਟੀ, ਨਵਾਂ ਗਰੁੱਪ, ਨਵਾਂ ਕ੍ਰਾਈਮ ਕਰਨਾ ਸ਼ੁਰੂ ਕਰ ਲੈਂਦੇ ਨੇ। ਸਰ ਜਿਸ ਤਰ੍ਹਾਂ ਹਾਲਾਂਕਿ ਮੈਂ ਜ਼ਿਕਰ ਕੀਤਾ ਕਿ ਅਪਰਾਧ ਹੁੰਦਾ, ਭਾਵੇਂ ਉਹ ਛੋਟਾ ਹੋਵੇ ਭਾਵੇਂ ਵੱਡਾ ਹੋਵੇ। ਅਪਰਾਧ ਇਹਨਾਂ ਨੇ ਤਾਂ 2 SI ਨੂੰ ਹੀ ਮਾਰ ਦਿੱਤਾ ਹੈਗਾ ਸੀਗਾ।
ਤਾਂ ਕੀ ਲੋਕ ਹੁਣ ਜਿਵੇਂ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰਦੇ ਹਾਂ, ਤੁਸੀਂ ਵੀ ਪੜ੍ਹ ਰਹੇ ਹੋਵੋਗੇ, ਇੱਕ ਇਹੀ ਗੱਲ ਚੱਲ ਰਹੀ ਹੈ ਕਿ ਐਨਕਾਊਂਟਰ ਹੀ ਆਖਰੀ ਹੱਲ ਹੁੰਦਾ ਹੈਗਾ ਜਾਂ ਫਿਰ ਇਸ ਤੋਂ ਇਲਾਵਾ ਉਹਨਾਂ ਦਾ ਸਰੈਂਡਰ ਵੀ ਕਰਵਾਇਆ ਜਾ ਸਕਦਾ ਸੀਗਾ, ਉਹਨਾਂ ਨੂੰ ਮੌਕਾ ਜਿਹੜਾ ਹੈਗਾ ਉਹ ਦਿੱਤਾ ਜਾ ਸਕਦਾ ਸੀ। ਬਿਲਕੁਲ ਜੀ, ਰਿਪੀਟਡਲੀ ਮੈਂ ਇਹੀ ਗੱਲ ਕਹਿ ਰਿਹਾ ਕਿ ਪੁਲਿਸ ਦਾ ਕਦੇ ਵੀ ਕੋਈ ਐਨਕਾਊਂਟਰ ਕਰਨਾ ਕੋਈ ਪਾਲਿਸੀ ਜਾਂ ਕੋਈ ਇਸ ਤਰ੍ਹਾਂ ਦੀ ਇਨਸਟਰਕਸ਼ਨਸ ਐਟਲੀਸਟ ਸਾਡੇ ਪੰਜਾਬ ਪੁਲਿਸ ਸਾਨੂੰ ਸੀਨੀਅਰ ਆਫਿਸਰਸ ਤੋਂ ਜਾਂ ਗਵਰਨਮੈਂਟ ਵੱਲੋਂ ਕੋਈ ਇਸ ਟਾਈਪ ਦਾ ਕੋਈ ਇਨਸਟਰਕਸ਼ਨ ਨਹੀਂ ਹੈ। ਕ੍ਰਿਮੀਨਲਸ ਨੂੰ ਅਰੈਸਟ ਕਰਨਾ ਯੈਸ ਉਹ ਸਾਡੀ ਡਿਊਟੀ ਹੈ, ਉਹ ਅਸੀਂ ਕਰਦੇ ਹਾਂ। ਹੁਣ ਕ੍ਰਿਮੀਨਲ ਨੂੰ ਅਰੈਸਟ ਕਰਦੇ ਸਮੇਂ ਜੋ ਹਾਲਾਤ ਨੇ ਉੱਥੇ ਮੌਕੇ ਦੇ ਮੁਤਾਬਕ ਕੌਣ ਬੰਦਾ ਹੈ, ਕਿਸ ਟਾਈਪ ਦਾ ਬੰਦਾ ਹੈ ਅਤੇ ਉਹ ਕਿਵੇਂ ਰਿਐਕਟ ਕਰਦਾ ਉਸ ਸਿਚੁਏਸ਼ਨ ਨੂੰ, ਉਹਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ। ਜੋ ਇਹਦੇ ਜੈਪਾਲ ਦੇ ਨਾਲ ਦੇ ਜਿਹੜੇ 2 ਹੋਰ ਕੋ ਅਕਿਊਜ਼ਡ ਨੇ ਦਰਸ਼ਨ ਅਤੇ ਬੱਬੀ, ਜਦੋਂ ਅਸੀਂ ਉਹਨਾਂ ਨੂੰ ਰੇਲਵੇ ਪਲੈਟਫਾਰਮ ਦਬੜਾ ਤੋਂ ਅਰੈਸਟ ਕੀਤਾ ਤਾਂ ਉਹਨਾਂ ਦਾ ਰਿਸਪੌਂਸ ਜਿਹੜਾ ਸੀਗਾ ਉਹ ਡਿਫਰੈਂਟ ਟਾਈਪ ਦਾ ਸੀਗਾ। ਜੇ ਹੋ ਸਕਦਾ ਉਹਨਾਂ ਕੋਲੇ ਵੈਪਨ ਸੀਗੇ, ਉਹ ਜੇ ਵੈਪਨ ਕੱਢ ਕੇ ਅਟੈਕ ਕਰ ਦਿੰਦੇ ਪੁਲਿਸ 'ਤੇ ਤਾਂ ਹੋ ਸਕਦਾ ਰਿਸਪੌਂਸ ਪੁਲਿਸ ਦਾ ਵੀ ਇਹੀ ਹੋਣਾ ਸੀਗਾ। ਸੋ ਇਹ ਇੱਕ ਬੜੀ ਡਾਇਨਮਿਕ ਸਿਚੁਏਸ਼ਨ ਹੁੰਦੀ ਹੈ, ਬੜੀ ਸਪਲਿਟ ਸੈਕਿੰਡ ਦੇ ਡਿਸੀਜਨਸ ਹੁੰਦੇ ਨੇ। ਸੋ ਉਸ ਸਪਲਿਟ ਸੈਕਿੰਡਸ ਦੇ ਵਿੱਚ ਡਿਸੀਜਨ ਲੈਣਾ ਹੁੰਦਾ ਹੈ। ਜੇ ਹੁਣ ਕੋਈ ਬੰਦਾ ਆਰਮਡ ਹੈ, ਵੈਪਨ ਕੱਢੇ ਹੋਏ ਨੇ ਅਤੇ ਤੁਹਾਡੀ ਆਪਣੀ ਜਾਨ ਅਤੇ ਮਾਲ ਨੂੰ ਖਤਰਾ, ਤੁਹਾਡੀ ਜਾਨ ਨੂੰ ਖਤਰਾ ਹੈ ਅਤੇ ਜਾਂ ਕਿਸੇ ਪ੍ਰਾਈਵੇਟ ਬੰਦੇ ਦੀ ਜਾਨ ਨੂੰ ਪ੍ਰੋਟੈਕਟ ਕਰਨਾ, ਤਾਂ ਪੁਲਿਸ ਦਾ ਪ੍ਰਾਇਮਰੀ ਰੋਲ ਹੈ ਉਹਨੂੰ ਪ੍ਰੋਟੈਕਟ ਕਰਨਾ, ਆਪਣੀ ਜਾਨ ਵੀ ਅਤੇ ਜਿਹੜਾ ਪਬਲਿਕ ਦੀ ਜਾਨ ਨੂੰ ਵੀ ਪ੍ਰੋਟੈਕਟ ਕਰਨਾ। ਸੋ ਉਹਦੇ 'ਚ ਕਈ ਵਾਰੀ ਇਸ ਟਾਈਪ ਦੀ ਸਿਚੁਏਸ਼ਨ ਆਉਂਦੀ ਹੈ, ਪਰ ਆਈ ਐਮ ਸ਼ੋਰ ਕੈਲਕਟਾ ਪੁਲਿਸ ਨੇ ਇਹਦੇ 'ਚ ਡਿਊ ਪ੍ਰੋਸੈਸ ਲਾਅ ਦਾ ਫੋਲੋ ਕੀਤਾ ਅਤੇ ਜੋ ਇਨਫੋਰਮੇਸ਼ਨ ਹੈਗੀ ਆ ਉਹਨਾਂ ਨੇ ਸਰੈਂਡਰ ਕਰਨ ਦੀ ਅਪੀਲ ਵੀ ਕੀਤੀ ਸੀਗੀ ਅਤੇ ਉਹਨਾਂ ਨੇ ਵਾਟ ਐਵਰ ਪ੍ਰੋਸੈਸ ਜਿਹੜਾ ਹੈਗਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਮੁਤਾਬਕ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਊਗੀ, ਉਹਦੇ 'ਚ ਵੀ ਸਾਹਮਣੇ ਉਹ ਸਾਰੇ ਤੱਥ ਆਉਣਗੇ। ਹਾਲਾਂਕਿ ਪੁਲਿਸ ਨੇ ਜੈਪਾਲ ਭੁੱਲਰ ਦੇ ਪਿਤਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਸਰੈਂਡਰ ਕਰਾ ਦਿਓ। ਸੁਰੇਸ਼ ਅਰੋੜਾ ਉਹਨਾਂ ਦੀ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਈ ਸੀ ਤਾਂ ਉਹਨਾਂ ਨੇ ਆਸ਼ਵਾਸਨ ਵੀ ਦਵਾਇਆ ਸੀ ਤੁਸੀਂ ਸਰੈਂਡਰ ਜਿਹੜਾ ਹੈਗਾ ਉਹ ਕਰਵਾ ਦਿਓ, ਕੁਛ ਨਹੀਂ ਹੈ ਜਿਹੜਾ ਹੈਗਾ ਅੱਗੇ ਹੋਊਗਾ। ਪਰ ਕਿਉਂ ਇੱਕ ਇਹ ਈਗੋ ਜਿਹੜੀ ਹੈਗੀ ਹੈ, ਸੋ ਕਾਲਡ ਗੈਂਗਸਟਰ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਹੈਗੇ ਨੇ, ਇਹਨਾਂ ਦੇ ਵਿੱਚ ਉਹ ਆ ਜਾਂਦੀ ਹੈਗੀ ਕਿ ਨਹੀਂ ਅਸੀਂ ਸਰੈਂਡਰ ਨਹੀਂ ਕਰਾਉਣਾ ਹੈਗਾ, ਬਾਕੀ ਜੋ ਅੰਜਾਮ ਹੋਣਗੇ ਉਹ ਦੇਖੇ ਜਾਣ। ਇਹ ਇੱਕ ਜਿਹੜੀ ਕ੍ਰਿਮੀਨਲ ਹੈ ਨਾ ਜੀ, ਹਰ ਕ੍ਰਿਮੀਨਲ ਦਾ ਇੱਕ ਅੱਡ ਸੁਭਾਅ ਹੈ, ਅੱਡ ਫਿਤਰਤ ਹੈ ਉਹਨਾਂ ਦੀ। ਸੋ ਆਪਣੇ ਆਪ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਜਾਣਾ ਹੈ, ਕ੍ਰਿਮੀਨਲਸ ਦੇ ਵਿੱਚ ਜਾਣਾ ਹੈ। ਜਦੋਂ ਅਸੀਂ ਅਰੈਸਟ ਕਰ ਲੈਂਦੇ ਉਹਨਾਂ ਨੂੰ ਤਾਂ ਜਦੋਂ ਜੇਲ੍ਹ ਦੇ ਵਿੱਚ ਜਾਂਦੇ ਆ ਤਾਂ ਉਹਦੇ 'ਚ ਇੱਕ ਆਪਣਾ ਇੱਕ ਪ੍ਰੈਸ਼ਰ ਗਰੁੱਪ ਹੈ, ਤਾਂ ਉਹਦੇ 'ਚ ਇਹ ਮਤਲਬ ਉਹਦੇ ਦੇਖਿਆ ਜਾਂਦਾ ਹੈ ਕਿ ਉਹਦੀ ਰਿਸਪੈਕਟ ਹੈ ਜਿਹੜੀ ਉਹਦੇ ਕ੍ਰਾਈਮ ਦੇ ਮੁਤਾਬਕ ਅਤੇ ਕਿਸ ਟਾਈਪ ਦਾ ਉਹਨੇ ਕ੍ਰਾਈਮ ਕੀਤਾ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਆਪਣੀ ਉਹ ਇਮੇਜ ਬਣਾਉਂਦਾ ਹੈ ਤਾਂ ਕਿ ਉਹ ਉੱਥੇ ਜਿਹੜੇ ਉਹਦੀ ਸਟੇ ਹੈ ਜੇਲ੍ਹ ਦੇ ਵਿੱਚ ਉਹ ਕੰਫਰਟੇਬਲ ਹੋ ਜਾਵੇ। ਤਾਂ ਜਿੰਨਾ ਉਹ ਵੱਡਾ ਆਪਣੇ ਆਪ ਨੂੰ ਇਮੇਜ ਲੈ ਕੇ ਜਾਊਗਾ ਓਨਾ ਹੀ ਉਹਨੂੰ ਲੱਗਦਾ ਕਿ ਵੀ ਮੇਰੀ ਜੇਲ੍ਹ ਦੇ ਵਿੱਚ ਜਿਹੜੀ ਹੈਗੀ ਹੈ ਉਹ ਸੌਖੀ ਕੱਟੀ ਜਾਊਗੀ। ਸੋ ਜੇ ਉਹ ਛੋਟਾ ਆਪਣੇ ਆਪ ਨੂੰ ਇਹ ਕਰੂਗਾ ਕਿ ਕਮਜ਼ੋਰ ਹੈ ਜਾਂ ਵੀਕ ਹੈ ਜਾਂ ਹੋਰ ਹੈ, ਜਿਹੜਾ ਕਿ ਕ੍ਰਿਮੀਨਲ ਕਦੇ ਐਕਸੈਪਟ ਕੋਈ ਵੀ ਨਹੀਂ ਕਰਦਾ। ਸੋ ਉਹ ਹੀ ਡਜ਼ਨਟ ਵਾਂਟ ਟੂ ਸ਼ੋ ਹਿਮਸੈਲਫ ਕਿ ਵੀ ਮੈਂ ਕੋਈ ਵੀ ਵਿਚਾਰਾ ਜਿਹਾ ਹੈਗਾ ਜਾਂ ਮੈਂ ਕੋਈ ਜੇਬ ਕਤਰਾ ਹੈ ਜਾਂ ਮੈਂ ਉਹ ਹੈ। ਉਹ ਇਸ ਗੱਲ ਨੂੰ ਕਹਿੰਦੇ ਨੇ। ਇਹ ਕਈ ਵਾਰੀ ਸਾਡੇ ਨਾਲ ਅਸੀਂ ਜਿਹੜੇ 1-2 ਪਾਰਟੀਕੂਲਰਲੀ ਇੰਸੀਡੈਂਟ ਦੇ ਵਿੱਚ ਜਦੋਂ ਉਹਨਾਂ ਨੇ ਕੋਈ ATM ਇੱਕ ਗੈਂਗਸਟਰ ਨੂੰ ਅਸੀਂ ਅਰੈਸਟ ਕੀਤਾ ਅਤੇ ਉਹਦੀ ATM ਪੱਟਣ ਦੀ ਉਹਦੀ ਸ਼ਮੂਲੀਅਤ ਆਈ ਤਾਂ ਉਹਨੇ ਇਹ ਕਿਹਾ, ਕਹਿੰਦਾ ਜੀ ਮੈਨੂੰ ਕਤਲ ਦੇ ਕੇਸ 'ਚ ਪਾ ਦਿਓ ਪਰ ਮੈਨੂੰ ਇਸ ਚੋਰੀ ਦੇ ਵਾਲੇ 'ਚ ਨਾ ਪਾਓ। ਸੋ ਆਪਣੀ ਇਨਸਲਟ ਸਮਝਦਾ ਸੀਗਾ ਕਿ ਵੀ ਮੈਨੂੰ ਇਹ ਜਦੋਂ ਮੈਂ ਜਾਊਂਗਾ ਉਹ ਕਹਿਣਗੇ ਲੋਕ ਜਿਹੜੇ ਜੇਲ੍ਹ ਦੇ ਵਿੱਚ ਜਾ ਕੇ ਕਿ ਤੂੰ ਤਾਂ ਸਰ ਚੋਰੀ ਦੇ ਵੀ ਕੇਸ 'ਚ ਆਇਆ। ਸੋ ਇਹ ਕਹਿੰਦਾ ਸੀ ਮੈਨੂੰ ਕਤਲ ਦੇ ਜਾਊਂਗਾ ਤਾਂ ਮੈਨੂੰ ਇਹਦੀ ਮੇਰੀ ਉਹ ਵੱਡੀ। ਸੋ ਮਤਲਬ ਇਹ ਰਿਕੁਐਸਟ ਆਈ ਉਹਦੇ ਵੱਲੋਂ। ਤੁਸੀਂ ਬਹੁਤ ਕਲੋਜ਼ਲੀ ਇਹਨਾਂ ਸਾਰੀ ਚੀਜ਼ਾਂ ਨੂੰ ਡੀਲ ਕਰਦੇ ਹੋ, ਬਟ ਇਹਦੇ ਵਾਸਤੇ ਕੀ ਕੁਝ ਸਾਈਕੋਲੋਜੀਕਲੀ ਵੀ ਉਹਨਾਂ ਨੂੰ ਸਲਾਹਾਂ ਦਿੱਤੀਆਂ ਜਾਂਦੀਆਂ ਹੈਗੀਆਂ, ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ, ਕਾਉਂਸਲਿੰਗ ਕਰਵਾਈ ਜਾਂਦੀ ਹੈਗੀ ਹੈ ਕਿ ਐਵੇਂ ਦੇ ਹੋਰ ਅੱਗੇ ਅਪਰਾਧਾਂ ਦੇ ਵਿੱਚ ਉਹ ਆਪਣੇ ਆਪ ਨੂੰ ਇੰਡਲਜ ਨਾ ਕਰਨ, ਜੇਕਰ ਇੱਕ ਵਾਰ ਪੈਰ ਧਰਿਆ ਹੈਗਾ ਉਹਦੇ ਵਿੱਚੋਂ ਬਾਹਰ ਨਿਕਲ ਆਉਣ, ਨਾ ਕਿ ਅੱਗੇ ਇਹ ਵਧਾਵਾ ਦੇਣ ਕਿ ਹਾਂ ਮੈਂ ਹੋਰ ਕੇਸਾਂ ਦੇ ਵਿੱਚ ਜਿਹੜਾ ਹੈਗਾ ਉਹ 307 ਵਰਗੇ ਪਰਚੇ ਜਿਹੜੇ ਹੈਗੇ ਆ ਉਹ ਮੇਰੇ ਉੱਤੇ ਪਾਏ। ਬਿਲਕੁਲ, ਇਹ ਬੜੀ ਤੁਹਾਡੀ ਜਿਹੜਾ ਤੁਹਾਡਾ ਇਹ ਸਵਾਲ ਹੈ ਇਹ ਬੜਾ ਹੀ ਢੁਕਵਾਂ ਹੈ ਅਤੇ ਇਹ ਇੱਕ ਓਵਰਆਲ ਸਾਨੂੰ ਐਜ਼ ਅ ਸਮਾਜ ਸਾਰਿਆਂ ਨੂੰ ਸੋਚਣਾ ਪੈਣਾ। ਜਿਹੜੇ NGOs ਨੇ ਜਾਂ ਹੋਰ ਨੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਇਹੀ ਕਰਦਾ ਕਿ ਵੀ ਉਹਨਾਂ ਨੂੰ ਇਸ ਟੌਪਿਕ 'ਤੇ ਇਸ ਦੇ ਉੱਤੇ ਫੋਕਸ ਕਰਨਾ ਚਾਹੀਦਾ। ਜੇਲ੍ਹ ਦੇ ਵਿੱਚ ਵੀ ਜੇ ਉਹ ਰਿਕੁਐਸਟ ਕਰਨਗੇ ਪ੍ਰਿਜ਼ਨ ਡਿਪਾਰਟਮੈਂਟ ਨੂੰ ਵੀ ਕੋਈ ਆਪਣੇ ਉਹ ਕੋਈ ਸੈਮੀਨਾਰ ਐਡਰੈਸ ਕਰਨਾ ਚਾਹੁਣ ਕਿ ਵੀ ਜਿਹੜੇ ਇੱਦਾਂ ਕ੍ਰਿਮੀਨਲਸ ਨੇ ਜਿਹਨਾਂ ਨੂੰ ਰੀਅਲ ਸੈਂਸ ਦੇ ਵਿੱਚ ਉਹਨਾਂ ਨੂੰ ਤਾਂ ਕਿ ਉਹ ਕ੍ਰਾਈਮ ਦੀ ਦੁਨੀਆ 'ਚੋਂ ਛੱਡ ਕੇ ਬਾਹਰ ਨਿਕਲਣ। ਅਸੀਂ ਇਹ ਚਾਹੁੰਦੇ ਹਾਂ ਕਿ ਵੀ ਉਹ ਇਸ ਟਾਈਪ ਦਾ ਚਾਹੇ ਸੋਸ਼ਲ ਮੀਡੀਆ 'ਤੇ ਚਾਹੇ ਉਹ ਕਿਸੇ ਵੀ ਜ਼ਰੀਏ ਦੇ ਰਾਹੀਂ ਇੱਦਾਂ ਦਾ ਕੋਈ ਉਹ ਕੈਂਪੇਨ ਸ਼ੁਰੂ ਕੀਤੀ ਜਾਵੇ ਤਾਂ ਕਿ ਅਸੀਂ ਯੂਥ ਨੂੰ ਜਿਹੜਾ ਇਸ ਏਜ ਦੇ ਵਿੱਚ ਵਲਨਰੇਬਲ ਹੈ ਉਹਨੂੰ ਅਸੀਂ ਪ੍ਰੀਵੈਂਟ ਕਰ ਸਕੀਏ ਕਿ ਵੀ ਉਹ ਇਸ ਕ੍ਰਾਈਮ ਵੱਲ ਨਾ ਜਾਵੇ, ਅਤੇ ਜੋ ਆਲਰੇਡੀ ਗਏ ਹੋਏ ਨੇ ਉਹਨਾਂ ਨੂੰ ਅਸੀਂ
ਇਸ ਕ੍ਰਾਈਮ ਦੇ ਵਿੱਚੋਂ ਅਸੀਂ ਉਹਨਾਂ ਨੂੰ ਇਸ ਕ੍ਰਾਈਮ ਦੇ ਦੁਨੀਆ ਦੇ ਵਿੱਚੋਂ ਬਾਹਰ ਕੱਢ ਕੇ ਇੱਕ ਨਾਰਮਲ ਜ਼ਿੰਦਗੀਆਂ ਬਤੀਤ ਕਰਨ ਵਾਸਤੇ ਪ੍ਰੇਰਿਤ ਕਰ ਸਕੀਏ। ਕਿਉਂਕਿ ਇੱਕ ਮਹਾਨ ਵਿਅਕਤੀ ਨੇ ਕਿਹਾ ਹੈਗਾ ਕਿ ਕਹਿੰਦੇ ਕਿ ਤੁਸੀਂ ਜੇਕਰ ਪਤਾ ਲਾਉਣਾ ਹੈਗਾ ਕਿ ਤੁਹਾਡੇ ਨੌਜਵਾਨਾਂ ਦਾ ਕੀ ਭਵਿੱਖ ਹੈਗਾ, ਤਾਂ ਕਹਿੰਦੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੇ ਬੋਲ ਹੈਗੇ ਗੀਤਾਂ ਦੇ, ਉਹ ਪਤਾ ਕਰ ਲਓ, ਉਹ ਦੇਖ ਲਓ, ਤਾਂ ਤੁਹਾਨੂੰ ਪਤਾ ਚੱਲ ਜਾਊਗਾ ਕਿ ਉਹਨਾਂ ਦਾ ਭਵਿੱਖ ਕੀ ਹੈਗਾ। ਔਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਗਾਇਕ ਜਿਹੜੇ ਹੈਗੇ ਨੇ, ਗੀਤਕਾਰ ਜਿਹੜੇ ਹੈਗੇ ਨੇ, ਉਹ ਇਹੋ ਜਿਹੀ ਚੀਜ਼ਾਂ ਸਮਾਜ ਦੇ ਵਿੱਚ ਦਿੰਦੇ ਨੇ, ਹਾਲਾਂਕਿ ਸੁਣਦੇ ਵੀ ਲੋਕ ਉਹੀ ਚੀਜ਼ਾਂ ਹੈਗੇ ਨੇ। ਤਾਂ ਲੱਗਦਾ ਕਿ ਇਹਨਾਂ ਨੂੰ ਵੀ ਵਿੱਚ ਆਪਣੀ ਸ਼ਮੂਲੀਅਤ ਪਾਉਣੀ ਚਾਹੀਦੀ ਹੈ, ਇਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਰਫਲਾਂ, ਹਥਿਆਰ, ਇਹ ਚੀਜ਼ਾਂ ਨੂੰ ਇਹਨਾਂ ਗਲੈਮਰਾਈਜ਼ ਨਹੀਂ ਕਰਨਾ ਚਾਹੀਦਾ। ਤੁਸੀਂ ਬਿਲਕੁਲ ਆਪ ਹੀ ਆਪਣੇ ਸਵਾਲ ਦਾ ਜਵਾਬ ਦੇ ਰਹੇ ਹੋ। ਸੋ ਮੈਂ ਤਾਂ ਸਮਝਦਾ ਅਸੀਂ ਤਾਂ ਟੋਟਲੀ ਤੁਹਾਡੇ ਨਾਲ ਐਗਰੀ ਕਰਦੇ ਹਾਂ ਕਿ ਅਸੀਂ ਸਾਰਾ ਸਮਾਜ ਆਪਣੇ ਆਪ ਨੂੰ ਇਸ ਗੱਲ ਨੂੰ ਝਾਤੀ ਮਾਰੇ। ਹਰ ਜਿਹੜਾ ਹੈਗਾ ਪਿੰਡ, ਹਰ ਘਰ, ਹਰ ਜਿਹੜਾ ਨੌਜਵਾਨ ਹੈ ਇਸ ਗੱਲ ਦੇ ਬਾਰੇ ਸੋਚੇ ਕਿ ਵੀ ਉਹਨੂੰ ਕਿਸ ਪਾਸੇ ਨੂੰ, ਉਹਨੇ ਕਿਸ ਡਾਇਰੈਕਸ਼ਨ 'ਚ ਜਾਣਾ ਹੈ। ਜੇ ਅਸੀਂ ਕਿਸੇ ਵੀ ਐਕਸਕਿਊਜ਼ ਲੱਭਦੇ ਹਾਂ ਕੋਈ ਕ੍ਰਾਈਮ ਕਰਨ ਦਾ, ਜਾਂ ਕੋਈ ਆਪਣੇ ਇਸ ਜੁਰਮ ਦੀ ਦੁਨੀਆ ਜਾਣ ਦਾ, ਜਾਂ ਉਹ ਕਿਸੇ ਨਾ ਕਿਸੇ ਨੂੰ ਸਹਾਰਾ ਲੱਭਦਾ ਕਿ ਜੀ ਬੇਰੁਜ਼ਗਾਰੀ ਹੈ ਜੀ, ਪਰ ਬੇਰੁਜ਼ਗਾਰੀ ਇਹ ਤਾਂ ਨਹੀਂ ਕਹਿੰਦੀ ਵੀ ਤੂੰ ਕ੍ਰਾਈਮ ਕਰੋ। ਪਹਿਲੀ ਗੱਲ, ਰੁਜ਼ਗਾਰ ਪੈਦਾ ਕਰਨਾ, ਮਿਹਨਤ ਕਰਨੀ, ਕੋਈ ਨਾ ਕੋਈ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਉਸਦਾ ਜਿਹੜਾ ਹੈਗਾ ਕੋਈ ਨਾ ਕੋਈ ਐਵਨਿਊ ਜ਼ਰੂਰ ਮਿਲ ਜਾਂਦਾ ਹੈ। ਇਹ ਨਹੀਂ ਹੈ, ਬਟ ਇਹ ਹੈਗਾ ਕਿ ਵੀ ਤੁਸੀਂ ਆਪਣੀ ਇੱਕ ਇਮੇਜ ਵੱਡੀ ਬਣਾਈ ਹੋਈ ਹੈ ਕਿ ਵੀ ਮੈਂ ਇੱਕ ਫਲਾਨਾ ਹੈਗਾ ਅਤੇ ਮੈਂ ਇਸ ਤੋਂ ਘੱਟ ਵਾਲਾ ਕੰਮ ਨਹੀਂ ਕਰਨਾ। ਬਾਹਰ ਜਾ ਕੇ ਜਿਹੜੀ ਸਾਡੀ ਯੂਥ, ਜਿਹੜੇ ਬਾਹਰ ਜਾ ਕੇ ਉਹੀ ਸਾਡੇ ਯੂਥ ਬਾਹਰ ਜਾ ਕੇ ਇਸ ਟਾਈਪ ਦੇ ਉਹੀ ਕੰਮ ਕਰਦੇ ਨੇ ਜਿਹੜੇ ਇੱਥੇ ਉਹ ਕਰਨਾ ਨਹੀਂ ਚਾਹੁੰਦੇ। ਸੋ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਤੁਹਾਡਾ ਆਪਣਾ ਘਰ ਹੈ, ਆਪਣਾ ਪੰਜਾਬ ਹੈ, ਆਪਣਾ ਤੁਸੀਂ ਇਹਦੇ ਨਾਲ, ਦੇਸ਼ ਨਾਲ, ਪੰਜਾਬ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਇਹਨੂੰ ਸੁਧਾਰਨ ਵਾਲੇ ਪਾਸੇ ਲੈ ਕੇ ਜਾਓ। ਤਾਂ ਪਹਿਲਾਂ ਆਪ ਸੁਧਰੋ, ਫਿਰ ਹੀ ਤੁਸੀਂ ਦੂਜਿਆਂ ਨੂੰ ਸੁਧਾਰੋਗੇ। ਫੇਸਬੁੱਕ ਤੇ ਜਿਸ ਤਰੀਕੇ ਨਾਲ ਟਿੱਪਣੀਆਂ ਹੋ ਰਹੀਆਂ ਕਿ ਸਿਸਟਮ ਦੇ ਕਰਕੇ ਇੱਦਾਂ ਨੌਜਵਾਨ ਬਣ ਜਾਂਦੇ, ਹਾਲਾਂਕਿ ਸਿਸਟਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸਿਸਟਮ ਦੇ ਵਿੱਚ ਜ਼ਰੂਰ ਖਾਮੀਆਂ ਹੋਣਗੀਆਂ। ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹੋਗੇ ਨੇ। ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਦੇ ਵਿੱਚ ਹਰ ਇੱਕ ਉਹ ਬੇਰੁਜ਼ਗਾਰ ਜਿਹੜਾ ਹੈਗਾ ਉਹ ਕ੍ਰਿਮੀਨਲ ਬਣਿਆ ਹੋਵੇ। ਤਾਂ ਆਪਣੇ ਆਪ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਸੈਲਫ ਇੰਟਰੋਸਪੈਕਸ਼ਨ ਜਿਹੜੀ ਹੈਗੀ ਲੈ ਕੇ ਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। 100% ਐਗਰੀਡ ਜੀ। ਉਹ ਤਾਂ ਮੈਂ ਤਾਂ ਇਹੀ ਕਹਿ ਰਿਹਾ ਕਿ ਵੀ ਹਰ ਸਾਡੇ ਜਿਹੜੇ ਸਕੂਲਸ ਤੋਂ, ਖਾਸ ਕਰਕੇ 10th 11th 12th ਸਕੂਲ ਦੇ ਜਿਹੜੇ ਜਦੋਂ ਬੱਚੇ ਆਉਂਦੇ ਨੇ, ਉਸ ਟਾਈਮ ਦੇ ਉੱਤੇ ਇਹਨਾਂ ਦੀ ਜਿਹੜੀ ਓਰੀਐਂਟੇਸ਼ਨ ਹੋਣੀ, ਕ੍ਰਾਈਮ ਤੋਂ ਕਿਵੇਂ ਬਚਣਾ ਹੈ, ਕਿਵੇਂ ਚੋਇਸਿਸ ਕਰਨੀਆਂ ਨੇ, ਕੀ ਸਹੀ ਹੈ ਕੀ ਗਲਤ ਹੈ, ਇਹ ਅਸੀਂ ਬੱਚਿਆਂ ਨੂੰ ਇਨਕਲਕੇਟ ਕਰਾਂਗੇ ਉਹਨਾਂ ਦੇ ਵਿੱਚ, ਤਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਕੀ ਸਹੀ ਹੈ ਕੀ ਗਲਤ ਹੈ। ਜਦੋਂ ਅਸੀਂ ਛੋਟੇ ਹੁੰਦੇ ਆ, ਸਕੂਲ ਦੇ ਵਿੱਚ ਪੜ੍ਹਦੇ ਹਾਂ, ਤਾਂ ਉਦੋਂ ਟੀਚਰਸ ਕਹਿੰਦੀਆਂ ਵੀ ਓਨੈਸਟੀ ਇਜ਼ ਦੀ ਬੈਸਟ ਪੋਲਿਸੀ, ਚੋਰੀ ਮਾੜੀ ਹੈ, ਜੁਰਮ ਕਰਨਾ ਮਾੜਾ ਹੈ। ਉਸ ਗੱਲ ਨੂੰ ਕੈਰੀ ਫਾਰਵਰਡ ਕਰਨਾ, ਆਪਣੇ ਆਪ ਇੰਬਾਈਬ ਕਰਨਾ, ਆਪਣੇ ਇੱਕ ਜ਼ਿਹਨ 'ਚ ਬਿਠਾ ਲੈਣੀ ਇਸ ਗੱਲ ਨੂੰ। ਅਤੇ ਜਿੱਦਾਂ ਉਹਨਾਂ ਨੂੰ ਇਸ ਚੁਣੌਤੀ ਦੇ ਵਿੱਚ ਸਾਹਮਣਾ ਕਰਨਾ ਪੈਂਦਾ ਹੈ ਕਿ ਮੈਂ ਹੁਣ ਇਹ ਪਿਸਤੌਲ ਨੂੰ ਹੱਥ ਲਾਵਾਂ ਕਿ ਨਾ ਲਾਵਾਂ, ਉਦੋਂ ਉਹਨਾਂ 'ਚ ਇੰਨੀ ਕੇਪੇਬਿਲਿਟੀ ਹੋਣੀ ਚਾਹੀਦੀ ਹੈ ਕਿ ਉਹ ਇਸ ਨੂੰ ਇਹ ਕਹਿ ਸਕਣ ਕਿ ਵੀ ਜੀ ਪਿਸਤੌਲ ਮੇਰਾ ਰਾਹ ਨਹੀਂ ਹੈ, ਕਿਤਾਬ ਮੇਰਾ ਰਾਹ ਹੈ। ਇਹ ਮੈਨੂੰ ਮੰਜ਼ਿਲ 'ਤੇ ਲੈ ਕੇ ਜਾਊਗਾ, ਇਹ ਮੈਨੂੰ ਮੰਜ਼ਿਲ 'ਤੇ ਨਹੀਂ ਲੈ ਕੇ ਜਾਊਗਾ। ਹਾਲਾਂਕਿ ਜੈਪਾਲ ਦੀ ਫੈਮਿਲੀ ਦੀ ਅਸੀਂ ਗੱਲ ਕਰੀਏ, ਫਾਦਰ ਆਪ ਜਿਹੜੇ ਹੈਗੇ ਆ ਸਬ ਇੰਸਪੈਕਟਰ ਰਹੇ ਹੈਗੇ ਨੇ। ਇੱਕ ਆਪਾਂ ਕਹਿ ਸਕਦੇ ਹਾਂ ਘਰ ਦੇ ਵਿੱਚ ਡਿਸਿਪਲਿਨ ਹੁੰਦਾ ਹੈਗਾ, ਪਰ ਉਸ ਦੇ ਬਾਵਜੂਦ ਉਸ ਰਾਹ ਦੇ ਉੱਤੇ ਆਉਣਾ, ਔਰ ਲੱਗਦਾ ਪੇਰੈਂਟਸ ਨੂੰ ਵੀ ਇਸ ਦੇ ਵਿੱਚ ਬੱਚਿਆਂ ਦੇ ਉੱਤੇ ਕੰਪਲੀਟ ਵਾਚ ਰੱਖਣਾ ਚਾਹੀਦਾ ਹੈ। ਬਿਲਕੁਲ ਜੀ, ਇਹ ਤਾਂ ਨੀਡਲੈਸ ਟੂ ਸੇ, ਪੇਰੈਂਟਸ ਦੀ ਜਿਹੜੀ ਹੈਗੀ ਹੈ, ਪੇਰੈਂਟਸ ਦੀ ਜਿਹੜੀ ਸੁਪਰਵਿਜ਼ਨ ਹੈ, ਕਿਸੇ ਹੱਦ ਤੱਕ ਮੈਂ ਤਾਂ ਮੇਰੀ ਮਤਲਬ ਆਪਣੇ ਪਰਸਨਲ ਰਾਏ ਤਾਂ ਇਹ ਹੈਗੀ ਹੈ ਕਿ ਬੱਚਿਆਂ ਦੇ ਇਸ ਰਾਹ ਵੱਲ ਜਾਣ 'ਚ ਪੇਰੈਂਟਸ ਦਾ ਵੱਡਾ ਰੋਲ ਹੈ। ਉਹਨਾਂ ਨੂੰ ਪ੍ਰੀਵੈਂਟ ਕਰਨਾ, ਰੋਕਣਾ, ਡਰੱਗਸ ਤੋਂ ਬਚਣਾ, ਇਹ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ। ਬੱਚੇ ਜਿਹੜੇ ਹੁੰਦੇ ਨੇ ਉਹ ਬੜੇ ਇੱਕ ਮਾਸੂਮ ਹੁੰਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ। ਇੱਕ ਏਜ ਹੁੰਦੀ ਹੈ, ਉਹਨਾਂ ਦੇ ਬਾਡੀ ਦੇ ਵਿੱਚ ਕੈਮੀਕਲ ਚੇਂਜਸ, ਅਡੋਲਸੈਂਸ ਆਉਂਦੀ ਹੈ, ਕੈਮੀਕਲ ਚੇਂਜਸ ਆਉਂਦੀਆਂ ਨੇ, ਸਾਰੇ ਵੀ ਹੈਵ ਆਲ ਬੀਨ ਥਰੂ ਦੈਟ। ਸੋ ਬੜੀਆਂ ਇਹ ਇੱਕ ਸਿਚੁਏਸ਼ਨ ਆਉਂਦੀ ਹੈ। ਮੈਂ ਹੋ ਸਕਦਾ ਜੇ ਇਹ ਲੱਗਿਆ ਹੋਵੇ ਕਿ ਮੈਨੂੰ ਕਹਿਣਾ ਬੜਾ ਸੌਖਾ ਹੈ, ਬਟ ਮੈਂ ਫਿਰ ਵੀ ਇਹ ਕਹਿਣਾ ਕਿ ਵੀ ਪੇਰੈਂਟਸ ਆਰ ਦ ਬੈਸਟ ਟੀਚਰਸ, ਕਿਉਂਕਿ ਪੇਰੈਂਟਸ ਦੇ ਕੋਲੇ ਉਹਨਾਂ ਨੇ ਬੱਚਿਆਂ ਨੇ ਰਹਿਣਾ। ਅੱਛਾ, ਕਮਿਊਨੀਕੇਸ਼ਨ ਹੋਣੀ ਪੇਰੈਂਟਸ ਦੀ ਬੱਚਿਆਂ ਨਾਲ, ਉਹ ਬੜੀ ਜ਼ਰੂਰੀ ਹੈ। ਸਰ 2017 ਦੇ ਵਿੱਚ ਓਕੂ ਆਰਗੇਨਾਈਜ਼ ਹੁੰਦਾ ਹੈਗਾ, ਅਤੇ ਹੁਣ ਪੰਜਾਬ ਦੀ ਕੀ ਸਿਚੁਏਸ਼ਨ ਹੈ ਕਿ ਇਹ ਕੈਟੇਗਰੀ ਦੇ ਗੈਂਗਸਟਰ ਜਿਹੜੇ ਹੈਗੇ ਨੇ ਹੁਣ ਉਹ ਪੰਜਾਬ ਦੇ ਵਿੱਚ ਖਤਮ ਹੋ ਚੁੱਕੇ ਨੇ? ਦੇਖੋ, ਜਿਹੜੀ ਅਸੀਂ ਇੱਕ ਜਿਹੜੀ ਬਣਾਈ ਸੀਗੀ, ਇੱਕ ਲਿਸਟ ਬਣਾਈ ਸੀਗੀ ਜਾਂ ਜਿਹਨੂੰ ਕੈਟੇਗਰਾਈਜੇਸ਼ਨ ਕੀਤੀ ਸੀ, ਉਹਦੇ ਵਿੱਚੋਂ ਤਕਰੀਬਨ ਜਿਹੜੇ ਮੇਨ ਵਾਲੇ ਜਿਨ੍ਹਾਂ ਨੂੰ ਅਸੀਂ ਵਾਂਟਡ ਸੀਗੇ ਜਾਂ ਅਸੀਂ ਦੇ ਹੈਵ ਆਲ ਬੀਨ ਅਕਾਊਂਟਡ ਫੋਰ।
ਔਰ ਕੀ ਬਾਹਰਲੇ ਦੇਸ਼ਾਂ ਦੇ ਵਿੱਚ ਅਜੇ ਕੁਝ ਲੋੜਿੰਦੇ ਹੈਗੇ ਨੇ, ਔਰ ਜੈਪਾਲ ਭੁੱਲਰ ਦੇ ਕੀ ਇਨ ਟੱਚ ਦੇ ਵਿੱਚ ਕੋਈ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸੀਗੇ ਕੋਈ ਨਾਲ ਉਹਨਾਂ ਦੇ ਕ੍ਰਾਈਮ ਦੇ ਵਿੱਚ? ਬਿਲਕੁਲ ਹਲੇ ਸਾਨੂੰ ਇਹ ਜੀ ਹੈਗੀ ਹੈ, ਇਨਪੁਟਸ ਹੈਗੀਆਂ ਨੇ। ਕੁਛ ਇੱਕ ਜਿਹੜੇ ਬੰਦੇ ਬਾਹਰ ਬੈਠੇ ਨੇ ਜਿਹੜੇ ਕਿ ਨੋਇੰਗਲੀ ਔਰ ਅਨਨੋਇੰਗਲੀ ਪੰਜਾਬ ਦੇ ਯੂਥ ਨੂੰ ਇਨਫਲੂਐਂਸ ਕਰ ਰਹੇ ਨੇ ਜਾਂ ਉਹਨਾਂ ਨੂੰ ਮਿਸਯੂਜ਼ ਕਰ ਰਹੇ ਨੇ। ਇਹ ਜਿਹੀਆਂ ਸਾਡੇ ਕੋਲ ਰਿਪੋਰਟਸ ਹੈਗੀਆਂ। ਸਰ, ਇਹਨਾਂ ਦੇ ਉੱਤੇ ਸ਼ਿਕੰਜਾ ਕੱਸਣ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਹੈਗੇ ਨੇ, ਕਿਉਂਕਿ ਮੇਨ ਜ਼ਰੀਆ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜੀ ਹੈਗੀਆਂ ਇਹ ਚੀਜ਼ਾਂ ਨੂੰ ਇਨਫਲੂਐਂਸ ਕੀਤਾ ਜਾਂਦਾ, ਕਿ ਉਸ ਦੇ ਉੱਤੇ ਵੀ ਕੋਈ ਚੈੱਕ ਜਿਹੜਾ ਹੈਗਾ ਉਹ ਰੱਖਿਆ ਜਾ ਰਿਹਾ? ਵੈਸੇ ਸੋਸ਼ਲ ਮੀਡੀਆ ਇਜ਼ ਬਾਰਡਰਲੈਸ, ਸੋ ਜਿਹੜੀ ਯੂਥ ਹੈ ਪੰਜਾਬ ਦੀ ਉਹ ਹੁਣ ਆਲ ਓਵਰ ਦਾ ਵਰਲਡ ਹੈ। ਸੋ ਉਹਦਾ ਜਿਹੜਾ ਇਨਫਲੂਐਂਸ ਹੈ ਗੁੱਡ ਔਰ ਬੈਡ, ਉਹ ਹਮੇਸ਼ਾ ਇਹ ਤਾਂ ਪਬਲਿਕ ਨੇ ਆਪਣੇ ਆਪ ਇੱਕ ਚੋਇਸ ਕਰਨੀ ਹੈ ਵੀ ਉਹਨੂੰ ਕਿਵੇਂ ਫੋਲੋ ਕਰਨਾ ਹੈ। ਉਹ ਚੈਲੰਜ ਹੈ ਸਾਡੇ ਵਾਸਤੇ। ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਲਈ। ਤਾਂ ਗੁਰਮੀਤ ਸਿੰਘ ਚੌਹਾਨ ਗੱਲਬਾਤ ਹੋਈ ਹੈ। ਹਾਲਾਂਕਿ ਜੈਪਾਲ ਦਾ ਮਾਮਲਾ ਜੋ ਹੋਇਆ ਉਹ ਹਰ ਇੱਕ ਨੇ ਸੁਣਿਆ, ਹਰ ਇੱਕ ਨੇ ਦੇਖਿਆ, ਪਰ ਜੋ ਗੱਲਾਂ ਅੱਗੇ ਦੀਆਂ ਨੇ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਹੈਗਾ, ਉਸ ਦੇ ਉੱਤੇ ਕੁਝ ਚਰਚਾਵਾਂ ਹੋਈਆਂ। ਔਰ ਇਹ ਇੰਟਰਵਿਊ ਖਾਸ ਤੌਰ ਦੇ ਉੱਤੇ ਇਸ ਲਈ ਤੁਹਾਡੇ ਸਾਰਿਆਂ ਲਈ ਵੀ, ਤੁਹਾਡੇ ਬੱਚਿਆਂ ਲਈ ਵੀ ਖਾਸ ਹੋ ਜਾਂਦੀ ਹੈਗੀ, ਕਿਉਂਕਿ ਆਪਣੇ ਬੱਚਿਆਂ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਕੋਈ ਵੀ ਵਿਅਕਤੀ ਉਹਨਾਂ ਨੂੰ ਪ੍ਰਭਾਵ ਦੇ ਵਿੱਚ ਆਪਣੇ ਨਾਲ ਲੈ ਕੇ ਆ ਸਕੇ ਔਰ ਉਹ ਕਿਸੇ ਦੇ ਗਲਤ ਪ੍ਰਭਾਵ ਦੇ ਵਿੱਚ ਆ ਕੇ ਇਸ ਗੰਦਲੀ ਦੁਨੀਆ ਦੇ ਵਿੱਚ ਨਾ ਆਪਣੇ ਆਪ ਨੂੰ ਧਕੇਲ ਦੇਣ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।